ਆਈਐਲਸ ਦੇ ਪੇਪਰ ਦੀ ਸਭ ਤੋਂ ਵੱਡੀ ਪ੍ਰੋਬਲਮ ਹੈ ਰੀਡਿੰਗ ਤੇ ਰੀਡਿੰਗ ਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਹੈ ਟਰੂ ਫਾਲਸ ਜਾਂ ਨਾਟ ਗਿਵਨ। ਬੱਚੇ ਬਹੁਤ ਜ਼ਿਆਦਾ ਕਨਫਿਊਜ਼ ਹੁੰਦੇ ਨੇ ਤੇ ਪੇਪਰ ਦੇ ਵਿੱਚ ਇਹ ਜਿਹੜੀ ਟਾਈਪ ਹੈ ਉਹ ਆਉਂਦੀ ਹੀ ਆਉਂਦੀ ਹੈ। ਅਸੀਂ ਤੁਹਾਨੂੰ ਅੱਜ ਦੀ ਕਲਾਸ ਦੇ ਵਿੱਚ ਬਹੁਤ ਇੰਟਰਸਟ ਨਾਲ ਮਤਲਬ ਇੱਕ ਇੱਕ ਅੱਖਰ ਨੂੰ ਕਲੀਅਰ ਕਰਦੇ ਹੋਏ ਤੁਹਾਨੂੰ ਬਰਾਬਰ ਨਾਲ ਲੈ ਕੇ ਚੱਲਾਂਗੇ। ਤੁਸੀਂ ਬੜਾ ਇੰਟਰਸਟ ਪੈਦਾ ਹੁੰਦਾ ਦੇਖਿਓ ਤੇ ਅਸੀਂ ਉਮੀਦ ਕਰਾਂਗੇ ਕਿ ਅਸੀਂ ਤੁਹਾਨੂੰ ਬਹੁਤ ਚੰਗੇ ਤਰੀਕੇ ਨਾਲ ਐਵੇਂ ਪੜ੍ਹਾਈਏ ਕਿ ਤੁਸੀਂ ਇੱਕ ਉਹ ਸਟੂਡੈਂਟ ਕਹਾਉਣ ਜੋਗੇ ਹੋ ਕਿ ਸਾਡੇ 9 ਚੋਂ 9 ਵੀ ਆਉਣਗੇ। ਮੈਂ ਤੁਹਾਨੂੰ ਇਹ ਕਹਿਣਾ, ਦੇਖੋ ਤੁੱਕਾ ਮਾਰ ਕੇ ਮੈਂ ਕਲਾਸ ਨੂੰ ਨਾ ਪੜ੍ਹਾਇਆ ਤੇ ਨਾ ਮੈਂ ਕਦੇ ਪੜ੍ਹਾਉਂਦਾ। ਤੁਸੀਂ ਜਿੱਥੇ ਜਿੱਥੇ ਵੀ ਜਿਹੜੇ ਬੱਚੇ ਕਿਸੇ ਇੰਸਟੀਚਿਊਟ 'ਚ ਵੀ ਪੜ੍ਹਦੇ ਆ, ਮੈਂ ਸਾਰਿਆਂ ਦਾ ਮੈਂ ਰਿਗਾਰਡ ਕਰਦਾ, ਮੈਂ ਕਦਰ ਕਰਦਾ, ਕਿਉਂਕਿ ਹਰੇਕ ਟ੍ਰੇਨਰ ਆਪਣੇ ਤਰੀਕੇ ਨਾਲ ਵਧੀਆ ਪੜ੍ਹਾਉਂਦਾ ਹੈਗਾ। ਬਸ ਇਹ ਦੇਖਣਾ ਕਿ ਬੱਚੇ ਨੂੰ ਸਮਝ ਕਿਹਦਾ ਆ ਰਿਹਾ ਹੈਗਾ। ਇਹ ਕੋਈ ਮੈਟਰ ਨਹੀਂ ਕਰਦਾ ਕੋਈ ਮੇਰੇ ਕੋਲੋਂ ਪੜ੍ਹੇ, ਉਹ ਕਿਸੇ ਕੋਲੋਂ ਵੀ ਪੜ੍ਹ ਸਕਦਾ ਹੈਗਾ। ਆਪਣਾ ਮੇਨ ਮੋਟਿਵ ਹੈ, ਜਿਹੜੀ ਆਪਣੀ ਮੰਜ਼ਿਲ ਹੈ ਉਹ ਆਪਣਾ ਐਗਜ਼ਾਮ ਹੈ। ਤੁਸੀਂ ਆਪਣਾ ਪੇਪਰ ਕਲੀਅਰ ਕਰੋ ਤੇ ਆਪਣੀ ਲਾਈਫ ਹੈ ਜਿਹੜੀ ਉਹਨੂੰ ਸੈੱਟ ਕਰ ਸਕਦੇ ਹੋ। ਆਪਾਂ ਮੇਨ ਟਾਕ ਕਰਦੇ ਹਾਂ। ਆਜੋ ਹੁਣ ਟਾਕ ਕਰਨ ਦਾ ਮਤਲਬ ਕੀ ਹੈ। ਸਾਡੇ ਕੋਲੇ ਜੋ ਕਨਸੈਪਟ ਹੈਗਾ ਤੁਹਾਡੇ ਲਈ ਰੀਡਿੰਗ ਦਾ ਮੈਂ ਲੈ ਕੇ ਆਇਆ ਤੁਹਾਡੇ ਲਈ। ਦੇਖੋ ਕੌਕ ਨਾਮ ਹੈ ਕੌਕ ਤੇ ਆਪਾਂ ਨਾਲ ਨਵ ਮੈਮ ਨੇ ਤੇ ਉਮੀਦ ਕਰਾਂਗੇ ਅਸੀਂ ਬਹੁਤ ਚੰਗੇ ਤਰੀਕੇ ਨਾਲ ਪੜ੍ਹਾਈਏ। ਮਾਈਕ ਨੇੜੇ ਕਰ ਲਓ ਜੀ। ਯੈਸ, ਹੁਣ ਸਟੂਡੈਂਟਸ ਬਹੁਤ ਸਾਰੇ ਬੱਚੇ ਨੂੰ ਜਿਹਨੂੰ ਨਹੀਂ ਪਤਾ ਕਿ ਕੌਕ ਕੀ ਹੁੰਦਾ ਕੀ ਨਹੀਂ ਹੁੰਦਾ, ਤਾਂ ਇਹ ਕੋਈ ਮੈਟਰ ਨਹੀਂ ਕਰਦਾ ਕਿਉਂਕਿ ਅਸੀਂ ਰੀਡਿੰਗ ਕਰਦੇ ਹੋਏ ਬਹੁਤ ਸਾਰੇ ਵਰਡਸ ਹੁੰਦੇ ਆ। ਕਈ ਵਾਰੀ ਆਪਾਂ ਕਿਸੇ ਟੌਪਿਕ ਨਾਲ ਫੈਮਿਲੀਅਰ ਹੁੰਦੇ ਆ, ਕਿਸੇ ਨਾਲ ਨਹੀਂ ਹੁੰਦੇ। ਜਦੋਂ ਅਸੀਂ ਇਦਾਂ ਦਾ ਟੌਪਿਕ ਦੇਖਦੇ ਆ ਜਿਹਦੇ ਨਾਲ ਅਸੀਂ ਫੈਮਿਲੀਅਰ ਨਹੀਂ ਹੈਗੇ, ਨਾਲ ਦੀ ਨਾਲ ਅਸੀਂ ਆਪਣਾ ਕੌਨਫੀਡੈਂਸ ਛੱਡ ਦਿੰਦੇ ਆ। ਪਰ ਉਹ ਚੀਜ਼ ਆਪਾਂ ਨਹੀਂ ਕਰਨੀ। ਅੱਜ ਅਸੀਂ ਇਹ ਵੀ ਨਹੀਂ ਦੱਸਾਂਗੇ, ਪਰ ਫਿਰ ਵੀ ਆਪਾਂ ਸਾਰੇ ਕੁਐਸਚਨਸ ਨੂੰ ਬਿਲਕੁਲ ਸਹੀ ਅਟੈਂਪਟ ਕਰਾਂਗੇ। ਲੈਟਸ ਸਟਾਰਟ। ਸਾਡੇ ਕਹਿਣ ਦਾ ਮਤਲਬ ਇਹ ਹੈ ਕਿ ਪੇਪਰ ਦੇ ਵਿੱਚ ਮੰਨ ਲਓ ਤੁਸੀਂ ਆਰਟਸ ਦੇ ਬੱਚੇ ਹੋ, ਮੰਨ ਲਓ ਜੇ ਆਰਟਸ ਦੇ ਬੱਚੇ ਨੂੰ ਕੋਈ ਮੈਡੀਕਲ ਟਰਮਸ ਦਾ ਟੌਪਿਕ ਆ ਗਿਆ, ਮੰਨ ਲਓ ਪੜਿਆ ਹੋਇਆ ਬੱਚਾ ਆਰਟਸ ਹੈ ਤੇ ਉਹਨੂੰ ਕੋਈ ਮੈਡੀਕਲ ਦਾ ਟੌਪਿਕ ਆ ਗਿਆ, ਉਹ ਤਾਂ ਗਿਆ, ਉਹ ਤਾਂ ਕੌਨਫੀਡੈਂਸ ਲੂਜ਼ ਹੋ ਗਿਆ। ਹੁਣ ਜੇ ਮੈਡੀਕਲ ਦੇ ਬੱਚੇ ਨੂੰ ਕਾਮਰਸ ਆ ਗਿਆ, ਉਹ ਜਮੀ ਗਿਆ। ਤਾਂ ਕਹਿਣ ਦਾ ਮਤਲਬ ਇਹ ਹੈਗਾ ਆਪਾਂ ਇਹ ਟੈਸਟ ਜਿਹੜਾ ਨੌਲੇਜ ਬੇਸਡ ਟੈਸਟ ਨਹੀਂ ਹੈਗਾ। ਇਹ ਨਹੀਂ ਹੈਗਾ ਵੀ ਤੁਹਾਨੂੰ ਜੇ ਵੋਕੈਬਲਰੀ ਨਹੀਂ ਆਈ ਤਾਂ ਤੁਸੀਂ ਗਏ। ਅਸੀਂ ਤੁਹਾਨੂੰ ਚਲੋ ਆਪਾਂ ਐਟ ਦਾ ਐਂਡ ਆਫ ਦਾ ਰੀਡਿੰਗ ਅਸੀਂ ਤੁਹਾਨੂੰ ਇਹਦਾ ਮਤਲਬ ਦੱਸਾਂਗੇ। ਅਸੀਂ ਪਹਿਲਾਂ ਨਹੀਂ ਦੱਸਾਂਗੇ, ਪਰ ਅਸੀਂ ਤੁਹਾਨੂੰ ਇਹ ਸਿਖਾਵਾਂਗੇ ਕਿ ਬਿਨਾ ਮਤਲਬ ਕੱਢੇ ਵੀ ਆਪਾਂ ਸਾਰੇ ਦੇ ਸਾਰੇ ਆਨਸਰ ਨੇ ਜਿਹੜੇ ਉਹ ਐਕੂਰੇਟ ਕਰ ਸਕਦੇ ਹਾਂ। ਸ਼ੁਰੂ ਕਰਦੇ ਹਾਂ, ਦੇਖਦੇ ਹਾਂ ਕਨਸੈਪਟ ਕੀ ਹੈਗਾ। ਤਾਂ ਆਪਣੇ ਕੋਲੇ ਸਭ ਤੋਂ ਪਹਿਲੀ ਚੀਜ਼ ਕੀ ਹੈ, ਕੌਕ ਕੁਐਸਚਨਸ ਕੀ ਡਿਮਾਂਡ ਕਰਦੇ ਨੇ। ਕੁਐਸਚਨ ਨੇ 1 to 5 ਨੇ, ਟਰੂ ਫਾਲਸ ਤੇ ਨਾਟ ਗਿਵਨ। ਬੱਚਿਆਂ ਨੂੰ ਬਹੁਤ ਵੱਡੇ ਲੈਵਲ ਤੇ ਇਹ ਪ੍ਰੋਬਲਮ ਦਿੰਦੇ ਆ। ਤੇ ਇੱਕ ਗੱਲ ਯਾਦ ਰੱਖਿਓ, 3 ਕੁਐਸਚਨ ਹੋਣ ਤੋਂ ਬਾਅਦ ਮੈਂ ਤੁਹਾਡੇ ਤੋਂ ਇੱਕ ਟ੍ਰਿਕ ਕਰਾਂਗੇ ਆਪਾਂ। ਮਤਲਬ ਕੀ ਹੈ ਕਿ ਇੱਕ ਐਕਟੀਵਿਟੀ ਕਰੂੰਗਾ ਮੈਂ ਤੁਹਾਡੇ ਤੋਂ, ਕੋਈ ਵੀ ਵੋਕੈਬਲਰੀ ਦੇ ਸਪੈਲਿੰਗ ਪੁੱਛਣੇ ਆ। ਜਿਹਨੇ ਵੀ ਦੱਸਦੇ ਮੇਰੇ ਵੱਲੋਂ 5000 ਰੁਪੀਜ਼ ਕਲਾਸ ਦੇ ਵਿੱਚ, ਮੈਂ ਪਹਿਲਾਂ ਵੀ ਕਿਹਾਗਾ, ਮੈਂ ਇਨਾਮ ਦੇਵਾਂਗਾ। ਇਹ ਮੇਰਾ ਪ੍ਰੋਮਿਸ ਹੈਗਾ, ਠੀਕ ਆ। ਸ਼ੁਰੂ ਕਰਦੇ ਆ ਤੇ ਖੁਸ਼ ਰਹੋ। ਆਓ ਪਹਿਲੇ 3 ਕੁਐਸਚਨ ਹਿੱਟ ਕਰੀਏ। ਤੇ ਜੇ ਕਿਸੇ ਦੇ ਮਨ 'ਚ ਇਹ ਵਹਿਮ ਹੈ ਵੀ ਸਰ 3 ਕੁਐਸਚਨ ਫੇਰ ਕਰ ਲਾਂਗੇ ਜੇ ਪਹਿਲਾਂ ਐਕਟੀਵਿਟੀ ਕਰ ਲਈਏ, ਠੀਕ ਹੈ, ਪਹਿਲਾਂ ਐਕਟੀਵਿਟੀ ਨਹੀਂ ਕਰਾਂਗੇ, ਪਹਿਲਾਂ ਆਪਾਂ ਕੁਐਸਚਨ ਹੀ ਕਰਾਂਗੇ, ਕਿਤੇ ਹਨਾ ਹੋ ਜਾਂਦਾ। ਤੇ ਮੈਂ ਅੱਜ ਕੱਲ ਨੁਕਸਾਨ 'ਚ ਬਹੁਤ ਚੱਲ ਰਿਹਾ ਹੈਗਾ, ਪਰ ਕੋਈ ਚੱਕਰ ਨਹੀਂ। ਆਓ ਆਪਾਂ ਸ਼ੁਰੂ ਕਰਦੇ ਹਾਂ। ਕੀ ਕਨਸੈਪਟ ਹੈ, ਕਿਵੇਂ ਹੈ। ਤਾਂ ਇੱਕ ਗੱਲ ਦੱਸ ਦਈਏ, ਜੇ ਤਾਂ ਬਿਲਕੁਲ ਸਟੇਟਮੈਂਟ ਜੋ ਕੁਐਸਚਨ ਦਿੱਤਾ ਹੋਇਆ ਆਪਾਂ ਨੂੰ ਬਿਲਕੁਲ ਲੋਕੇਸ਼ਨ ਤੇ ਜਾ ਕੇ ਮੈਚ ਕਰ ਗਿਆ ਤਾਂ ਟਰੂ ਹੈ। ਜੋ ਕੁਐਸਚਨ ਦਿੱਤਾ ਹੋਇਆ ਇਸ ਤੋਂ ਬਿਲਕੁਲ ਉਲਟ ਗੱਲ ਕਰੀ ਹੋਈ ਹੈ ਤਾਂ ਫਾਲਸ ਹੈ। ਜੇ ਕੁਐਸਚਨ ਆਪਾਂ ਨੂੰ ਹਾਫ ਦਿੱਤਾ ਹੋਇਆ ਹੈ, ਹਾਫ ਮਿਸ ਕਰਤਾ ਹਨਾ, that is called not given। ਹੁਣ ਅਸੀਂ ਤੁਹਾਨੂੰ ਕੱਲੇ ਕਨਸੈਪਟ ਨੂੰ ਕਰਨਾ ਸਿਖਾਉਂਦੇ ਆ। ਆਓ ਸ਼ੁਰੂ ਕਰਦੇ ਹਾਂ ਆਪਣਾ ਫਸਟ ਕੁਐਸਚਨ ਦੀ ਡਿਮਾਂਡ ਇਹ ਹੈ, ਕਹਿੰਦਾ the coke oak has the thickest bark of any living tree। ਜਿਹੜੇ ਕਹਿੰਦੇ ਕਾਰਕ ਦਾ ਓਕ ਹੁੰਦਾ, ਜਿਹੜਾ ਓਕ ਟਰੀ ਆ ਉਹਦਾ ਸਭ ਤੋਂ ਥਿਕੈਸਟ ਬਾਰਕ ਹੁੰਦਾ, ਮਤਲਬ ਕਿ ਜਿਹੜਾ ਉਹਦੇ ਉੱਪਰ ਛਿੱਲੜ ਜੀ ਹੁੰਦੀ ਹੈ ਨਾ, ਬਾਰਕ ਹੁੰਦਾ, ਉਹ ਸਭ ਤੋਂ ਮੋਟਾ ਹੁੰਦਾ ਕਿਹਨਾਂ ਨਾਲੋਂ, ਆਫ ਐਨੀ ਲਿਵਿੰਗ ਟਰੀ, ਕਿਸੇ ਹੋਰ ਟਰੀ ਨਾਲੋਂ। ਮਤਲਬ ਜਿੰਨੇ ਵੀ ਟਰੀ ਨੇ ਉਹਨਾਂ ਵਿੱਚੋਂ ਸਭ ਤੋਂ ਥਿਕੈਸਟ ਹੁੰਦਾ, ਮੋਟਾ। ਹਾਂ, ਥਿਕੈਸਟ ਬਾਰਕ ਕਿਹਦਾ ਹੁੰਦਾ, ਓਕ ਦਾ। ਹਾਂ, ਜਿਹੜਾ ਕਾਰਕ ਓਕ ਹੈ ਨਾ, ਕੋਈ ਓਕ ਟਰੀ ਹੈ ਨਾ, ਜਿਹੜਾ ਓਕ ਟਰੀ ਹੈ,
ਉਹ ਕਹਿੰਦੇ ਵੀ ਇਹਦਾ ਜਿਹੜਾ ਬਾਰਕ, ਇਹਦਾ ਜਿਹੜਾ ਛਿੱਲੜ ਹੈ, ਬਾਰਕ ਦਾ ਮਤਲਬ ਹੈ ਜਿਹੜਾ ਦਰਖਤ ਦੇ ਛਿੱਲੜ ਨਹੀਂ ਹੁੰਦਾ, ਕਹਿੰਦਾ ਜਿਹੜਾ ਇਹਦਾ ਛਿੱਲੜ ਹੈ ਨਾ ਉਹ ਸਭ ਤੋਂ ਮੋਟਾ ਹੈਗਾ ਬਾਕੀ ਸਾਰੇ ਦਰਖਤਾਂ ਤੋਂ। ਹਾਂਜੀ, ਹੁਣ ਨਾ ਕਾਫੀ ਬੱਚੇ ਥਿਕ ਤੇ ਥਿਨ ਦੇ ਵਿੱਚ ਕਨਫਿਊਜ਼ ਹੋ ਜਾਂਦੇ ਆ। ਹੁਣ ਉਹ ਥਿਕ ਪੜ੍ਹ ਕੇ ਉਹਨਾਂ ਨੂੰ ਇਹ ਕਲੀਅਰ ਨਹੀਂ ਹੁੰਦਾ ਵੀ ਇਹ ਪਤਲਾ ਕਹਿ ਰਹੇ ਨੇ ਕਿ ਮੋਟਾ ਕਹਿ ਰਹੇ ਨੇ, ਅਸੀਂ ਤੁਹਾਨੂੰ ਉਹ ਵੀ ਕਲੀਅਰ ਕਰਦੇ ਹਾਂ। ਚਲੋ ਜੀ, ਜੇ ਕਿਸੇ ਬੱਚੇ ਨੂੰ ਥਿਕ ਤੇ ਥਿਨ 'ਚ ਪ੍ਰੋਬਲਮ ਆਉਂਦੀ ਹੈ ਤਾਂ ਦੋਨਾਂ ਨੂੰ ਲਿਖ ਸਕਦੇ ਆ। ਸਭ ਤੋਂ ਪਹਿਲਾਂ ਥਿਨ ਤੇ ਦੂਜੇ 'ਚ ਥਿਕ। ਤਾਂ ਸਭ ਤੋਂ ਵਧੀਆ ਸਿਖਾਉਣ ਦਾ ਮਤਲਬ ਕੀ ਹੈਗਾ, ਤੁਹਾਨੂੰ ਆਪ ਨੂੰ ਕਨਸੈਪਟ ਕਲੀਅਰ ਕਰਨਾ ਹੈਗਾ ਕਿ ਜਿਹਦੇ ਸਪੈਲਿੰਗ ਘੱਟ ਨੇ ਉਹ ਪਤਲਾ, ਜਿਹਦੇ ਸਪੈਲਿੰਗ ਜ਼ਿਆਦੇ ਨੇ ਉਹ ਮੋਟਾ। ਬਹੁਤ ਸੌਖੇ ਜਿਹੇ ਤਰੀਕੇ ਨਾਲ ਹੈ ਕਿ ਜਿਹਦੇ 'ਚ ਜ਼ਿਆਦੇ ਅੱਖਰ ਨੇ ਉਹ ਵੱਡਾ ਹੈਗਾ, ਉਹ ਮੋਟਾ ਹੋ ਗਿਆ, ਜਿਹਦੇ 'ਚ ਘੱਟ ਅੱਖਰ ਨੇ ਉਹ ਪਤਲਾ। ਥਿਨ 'ਚ 4 ਨੇ ਤਾਂ ਪਤਲਾ ਹੋ ਗਿਆ, ਥਿਕ 'ਚ 5 ਨੇ ਤਾਂ ਮੋਟਾ ਹੋ ਗਿਆ। ਤਾਂ ਸਭ ਤੋਂ ਵਧੀਆ ਕਨਸੈਪਟ ਆਪਣਾ ਇਹ ਹੋ ਜਾਊਗਾ, ਠੀਕ ਹੈ। ਕਿਉਂਕਿ ਅਸੀਂ ਯੂਜੂਅਲੀ ਬਹੁਤ ਜ਼ਿਆਦਾ ਕਨਫਿਊਜ਼ ਹੁੰਦੇ ਆ ਇਹ ਦੋ ਵਰਡਸ ਦੇ ਵਿੱਚ, ਭੁੱਲ ਜਾਂਦੇ ਆ ਕਿ ਕਿਹੜਾ ਮੋਟਾ ਸੀ ਕਿਹੜਾ ਪਤਲਾ ਸੀ। ਹੁਣ ਆਪਣੇ ਕੋਲੇ ਲੋਕੇਸ਼ਨ ਤੇ ਕਿਤੇ ਓਕ ਟਰੀ ਦੀ ਗੱਲ ਹੋ ਰਹੀ ਹੋਵੇ, ਥਿਕੈਸਟ ਬਾਰਕ ਮਿਲ ਜੇ, ਓਕ ਟਰੀ ਮਿਲ ਜੇ, ਉਹਦੀ ਥਿਕਨੈਸ ਦੀ ਗੱਲ ਹੋ ਰਹੀ ਹੋਵੇ, ਉੱਥੇ ਆਪਾਂ ਆਪਣੀ ਲੋਕੇਸ਼ਨ ਤੇ ਪਹੁੰਚ ਜਾਵਾਂਗੇ। ਚਲੋ ਜੀ ਆਪਾਂ ਲੋਕੇਸ਼ਨ ਤੇ ਪਹੁੰਚੀਏ, ਦੇਖੀਏ ਕੀ ਕਹਿੰਦੇ ਆ। ਹਾਂਜੀ ਮੈਮ। ਹਾਂਜੀ, ਹੁਣ ਦੇਖੋ ਫਰਸਟ ਕੁਐਸਚਨ ਨਾ ਤਾਂ ਆਬਵੀਅਸਲੀ ਸਾਨੂੰ ਸਟਾਰਟਿੰਗ ਤੋਂ ਮਿਲਦਾ ਹੁੰਦਾ। ਤਾਂ ਤੁਸੀਂ ਦੇਖੋ ਫਰਸਟ ਲਾਈਨ 'ਚ ਵੀ ਲਿਖਿਆ ਹੋਇਆ ਕਾਰਕ ਵੀ ਮਿਲ ਗਿਆ, ਥਿਕ ਬਾਰਕ ਦੀ ਵੀ ਗੱਲ ਹੋ ਰਹੀ ਆ ਪਹਿਲੀ ਲਾਈਨ ਦੇ ਵਿੱਚ ਹੀ। ਲਓ ਜੀ, ਦੈਟਸ ਇਟ। ਹੁਣ ਸਾਨੂੰ ਕਲੀਅਰ ਹੈ, ਅਸੀਂ ਇੱਥੋਂ ਹੀ ਪੜ੍ਹਨਾ। ਮਤਲਬ ਆਪਣੀ ਲੋਕੇਸ਼ਨ ਆਪਾਂ ਨੂੰ ਪਤਾ ਲੱਗ ਗਈ, ਕਿਉਂਕਿ ਹੁਣ ਇਹ ਤਾਂ ਹੈ ਨਹੀਂ ਨਾ ਪੱਕਿਆ ਪਕਾਇਆ ਸਾਰਾ ਕੁਝ ਨਹੀਂ ਮਿਲੇਗਾ, ਸਾਰੇ ਸੇਮ ਨਹੀਂ ਮਿਲਣਗੇ, ਠੀਕ ਹੈ। ਆਪਾਂ ਨੂੰ ਕਾਰਕ ਮਿਲ ਗਿਆ, ਆਪਾਂ ਨੂੰ ਥਿਕ ਬਾਰਕ ਮਿਲ ਗਿਆ। ਚਲੋ ਆਪਾਂ ਇਹਨੂੰ ਪੜ੍ਹ ਕੇ ਦੇਖਦੇ ਹਾਂ। ਕਹਿੰਦਾ ਕਾਰਕ the thick bark of the cork oak tree। ਉਹ ਕਹਿੰਦੇ ਕਿ ਜਿਹੜਾ ਕਾਰਕ ਹੁੰਦਾ ਨਾ, ਉਹ ਜਿਹੜਾ ਓਕ ਟਰੀ ਦਾ ਕਾਰਕ ਹੁੰਦਾ ਉਹ ਬਹੁਤ ਜ਼ਿਆਦਾ ਮੋਟਾ ਬਾਰਕ ਹੁੰਦਾ ਉਹਦਾ। ਹਾਂ, is a remarkable material। ਹਾਂ, ਮਤਲਬ ਇਹ ਇੱਕ ਰਿਮਾਰਕੇਬਲ ਮਟੀਰੀਅਲ ਆ। ਲਾਈਕ ਉਹ ਕਹਿੰਦੇ ਕਿ ਓਕ ਟਰੀ ਦਾ ਜਿਹੜਾ ਬਾਰਕ ਆ ਉਹ ਬਹੁਤ ਮੋਟਾ ਹੁੰਦਾ। ਹਾਂ, it is tough, elastic, buoyant and fire resistant and suitable for a wide range of purposes। ਕਹਿੰਦੇ ਬਹੁਤ ਕਠੋਰ ਹੁੰਦਾ, ਇਲਾਸਟਿਕ ਹੁੰਦਾ, ਫਾਇਰ ਰੈਜ਼ਿਸਟੈਂਟ ਵੀ ਹੁੰਦਾ, ਮਤਲਬ ਜਲਦੀ ਅੱਗ ਨਹੀਂ ਲੱਗਦੀ, ਤੇ ਬਹੁਤ ਸਾਰੀ ਚੀਜ਼ਾਂ ਵਾਸਤੇ ਇਹਨੂੰ ਯੂਜ਼ ਕੀਤਾ ਜਾਂਦਾ। ਹੁਣ ਤੁਸੀਂ ਇੱਕ ਚੀਜ਼ ਕਲੀਅਰਲੀ ਦੇਖੋ, ਉਧਰ ਕਹਿੰਦੇ ਸੀ ਵੀ ਇਹ ਸਾਰੇ ਟਰੀਜ਼ ਨਾਲੋਂ ਮੋਟਾ ਹੁੰਦਾ ਹੈ, ਇੱਧਰ ਉਹਨਾਂ ਨੇ ਕਹਿਤਾ ਵੀ ਇਹ ਮੋਟਾ ਹੁੰਦਾ, ਪਰ ਕਿਤੇ ਵੀ ਕੰਪੈਰੀਜ਼ਨ ਨਹੀਂ ਕੀਤਾ ਗਿਆ ਕਿ ਦੂਸਰੇ ਲਿਵਿੰਗ ਟਰੀ ਤੋਂ ਹੁੰਦਾ ਜਾਂ ਨਹੀਂ ਹੁੰਦਾ। ਮਤਲਬ ਉਹਨਾਂ ਨੂੰ ਤਾਂ ਇਹਨਾਂ ਨੇ ਮਿਸ ਕਰਤਾ ਨਾ। ਇਹ ਕੀ ਹੋਇਆ, ਆਪਾਂ ਨੂੰ ਇਹ ਦੱਸਦਾ ਵੀ ਹਾਂ ਭਾਈ ਜਿਹੜਾ ਓਕ ਟਰੀ ਹੈ ਉਹ ਥਿਕ ਹੁੰਦਾ ਹੈ, ਥਿਕ ਬਾਰਕ ਉਹਦਾ ਜ਼ਰੂਰ ਹੁੰਦਾ ਹੈਗਾ। ਹੁਣ ਪਰ ਇਹਦਾ ਕਿਸੇ ਹੋਰ ਟਰੀ ਨਾਲ ਕੰਪੈਰੀਜ਼ਨ ਕਰਕੇ ਨਹੀਂ ਦੱਸਿਆ ਹੈਗਾ, ਮਤਲਬ ਇਹ ਨਹੀਂ ਦੱਸਿਆ ਵੀ ਜਿਹੜਾ ਓਕ ਟਰੀ ਹੈ ਇਹ ਬਾਕੀ ਸਾਰੇ ਟਰੀ ਤੋਂ ਮੋਟਾ ਹੁੰਦਾ ਹੈਗਾ ਨਾ, ਉਹਨੇ ਕੋਈ ਕੰਪੈਰੀਜ਼ਨ ਨਹੀਂ ਕਰਿਆ। ਸਟੇਟਮੈਂਟ ਆਪਾਂ ਨੂੰ ਹਾਫ ਮਿਲ ਗਈ, ਹਾਫ ਮਿਲੀ ਨਹੀਂ, ਤੇ ਐਕੂਰੇਟ ਆਨਸਰ ਆ ਗਿਆ ਸਾਡਾ not given। not given ਸਾਡਾ ਆਨਸਰ ਹੈਗਾ। not given ਆਉਣ ਦਾ ਮਤਲਬ ਕੀ ਹੋ ਗਿਆ, ਸਾਨੂੰ ਥਿਕ ਬਾਰਕ ਦੀ ਗੱਲ ਜ਼ਰੂਰ ਕਰੀ, ਉਹਨਾਂ ਨੇ ਸਾਨੂੰ ਪਤਾ ਲੱਗਿਆ ਵੀ ਓਕ ਟਰੀ ਹੈ, ਥਿਕ ਬਾਰਕ ਹੈ ਇਹਦਾ, ਪਰ ਉਧਰ ਤਾਂ ਉਹਨਾਂ ਨੇ ਇਹ ਵੀ ਕੁਐਸਚਨ 'ਚ ਪੁੱਛਿਆ ਸੀ ਨਾ ਵੀ ਬਾਕੀ ਜਿੰਨੇ ਵੀ ਟਰੀ ਨੇ ਸਾਰਿਆਂ ਤੋਂ ਮੋਟਾ ਹੈ। ਉਹਨਾਂ ਨੇ ਬਾਕੀ ਜਿੰਨੇ ਵੀ ਟਰੀ ਨੇ ਉਹਦੀ ਕੋਈ ਵੀ ਗੱਲ ਨਹੀਂ ਕਰੀ। ਦਿਸ ਇਜ਼ ਕਾਲਡ ਐਕੂਰੇਟ ਆਨਸਰ ਹੈ ਜਿਹੜਾ ਸਾਡਾ ਫਰਸਟ ਹੈਗਾ, ਉਹ not given ਆਇਆ। ਜੇ ਅਸੀਂ ਧਿਆਨ ਨਾਲ ਨਹੀਂ ਪੜਾਂਗੇ ਨਾ, ਬਹੁਤ ਸਾਰੇ ਬੱਚਿਆਂ ਨੂੰ ਟਰੂ ਲੱਗ ਜਾਂਦਾ ਵੀ ਓਕ ਟਰੀ ਦੀ ਵੀ ਗੱਲ ਹੋ ਗਈ, ਥਿਕਨੈਸ ਦੀ ਵੀ ਗੱਲ ਹੋ ਗਈ। ਅਸਲ ਦੇ ਵਿੱਚ ਥਿਕ ਹੁੰਦਾ ਪਰ ਕੰਪੈਰੀਜ਼ਨ ਨਹੀਂ ਕੀਤਾ, ਇਸ ਕਰਕੇ ਆਨਸਰ ਸਾਡਾ not given ਹੋ ਗਿਆ, ਠੀਕ ਹੈ ਨਾ, ਕਿਉਂਕਿ ਬਾਕੀ ਟਰੀਜ਼ ਬਾਰੇ ਕੋਈ ਵੀ ਗੱਲ ਨਹੀਂ ਕਰੀ, ਇਸ ਕਰਕੇ ਸਾਡਾ not given ਹੈ। ਚਲੋ ਆਪਾਂ ਨੈਕਸਟ ਕੁਐਸਚਨ ਦੇਖਦੇ ਹਾਂ। ਨੈਕਸਟ ਕੁਐਸਚਨ ਕੀ ਕਹਿੰਦਾ ਹੈਗਾ, ਨੈਕਸਟ ਕੁਐਸਚਨ ਦੀ ਡਿਮਾਂਡ ਹੈਗੀ, ਇਹਨੂੰ ਤੋੜ ਸਕਦੇ ਆਪਾਂ, ਠੀਕ ਹੈ ਨਾ। ਸਾਇੰਟਿਸਟਸ ਨੇ ਜਿਹੜੇ ਹੈਵ ਡਿਵੈਲਪਡ ਅ ਸਿੰਥੈਟਿਕ ਕਾਰਕ, ਜਿਹੜੇ ਸਾਇੰਟਿਸਟ ਨੇ ਉਹਨਾਂ ਨੇ ਸਿੰਥੈਟਿਕ ਕਾਰਕ ਬਣਾਇਆ। ਸਿੰਥੈਟਿਕ ਕੀ ਹੁੰਦਾ, ਉਹ ਕੋਈ ਵੀ ਚੀਜ਼ ਜਿਹੜੀ ਲੈਬੋਰੇਟਰੀ 'ਚ ਬਣੀ ਹੋਵੇ ਉਹਨੂੰ ਸਿੰਥੈਟਿਕ ਕਹਿੰਦੇ ਆ। ਮਤਲਬ ਸਾਇੰਟਿਸਟ ਨੇ ਇੱਕ ਨਕਲੀ ਕਾਰਕ ਬਣਾ ਲਿਆ ਵਿਦ ਦਾ ਸੇਮ ਸੈਲੂਲਰ ਸਟਰਕਚਰ ਐਜ਼ ਨੈਚੁਰਲ ਕਾਰਕ, ਤੇ ਉਹਦਾ ਸੈਲ ਸਟਰਕਚਰ, ਤੁਹਾਨੂੰ ਪਤਾ ਨਾ ਹਰ ਲਿਵਿੰਗ ਚੀਜ਼ ਕਾਦੀ ਬਣੀ ਹੁੰਦੀ ਹੈ, ਸੈੱਲ ਦੀ ਬਣੀ ਹੁੰਦੀ ਆ। ਚਾਹੇ ਹਿਊਮਨ ਬਾਡੀ ਆ, ਚਾਹੇ ਐਨੀਮਲਸ ਨੇ, ਟਰੀਜ਼ ਨੇ, ਹਰ ਚੀਜ਼ ਦਾ ਇੱਕ ਸੈਲੂਲਰ ਸਟਰਕਚਰ ਹੁੰਦਾ, ਸੈੱਲਾਂ ਦੀ ਬਣੀ ਹੁੰਦੀ ਆ। ਕਹਿੰਦੇ ਜਿਹੜਾ ਸਾਇੰਟਿਸਟ ਨੇ ਕਾਰਕ ਬਣਾਇਆ ਨਾ ਲੈਬੋਰੇਟਰੀ 'ਚ, ਉਹਦੇ ਸੈੱਲ ਬਿਲਕੁਲ ਸੇਮ ਨੇ ਕਿੰਨਾ ਵਰਗੇ, ਨੈਚੁਰਲ ਕਾਰਕ ਵਰਗੇ। ਜਿਵੇਂ ਮਤਲਬ ਕੁਦਰਤੀ ਮਿਲਦਾ ਉਹ ਤੇ ਜਿਹੜਾ ਲੈਬੋਰੇਟਰੀ 'ਚ ਬਣਿਆ ਉਹ ਬਿਲਕੁਲ ਸੇਮ ਸੈੱਲ ਸਟਰਕਚਰ ਦੇ ਨੇ। ਮਤਲਬ ਬਹੁਤ ਸੌਖੀ ਜੀ ਗੱਲ ਹੈ ਕਿ ਜਿਹੜੇ ਸਾਇੰਟਿਸਟ ਨੇ ਉਹਨਾਂ ਨੇ ਇੱਕ ਜਿਹੜਾ ਟਰੀ ਬਣਾ ਲਿਆ, ਉਹਨਾਂ ਨੇ
ਮਤਲਬ ਕੀ ਹੋਇਆ, ਉਹਨੇ ਇੱਕ ਸਿੰਥੈਟਿਕ ਕਾਰਕ ਬਣਾ ਲਿਆ, ਇੱਕ ਦਰਖਤ ਬਣਾ ਲਿਆ। ਸਿੰਥੈਟਿਕ ਕੀ ਹੋ ਗਿਆ, ਜਿਹੜਾ ਲੈਬੋਰੇਟਰੀ 'ਚ ਬਣਦਾ ਹੈਗਾ, ਉਹਨਾਂ ਨੇ ਇੱਕ ਇਹ ਬਣਾਇਆ, ਲੈਬੋਰੇਟਰੀ 'ਚ ਇੱਕ ਦਰਖਤ ਬਣਾ ਲਿਆ। ਤੇ ਕਹਿੰਦਾ ਵੀ ਐਵੇਂ ਜਮੀ ਸੇਮ ਉਹੀ ਜਿਹਾ ਦਰਖਤ ਸੀਗਾ ਜਿਹੜਾ ਨੈਚੁਰਲ ਜਿਵੇਂ ਧਰਤੀ 'ਚ ਉੱਗਦਾ ਹੁੰਦਾ ਹੈਗਾ, ਜਿਵੇਂ ਦਾ ਕਹਿੰਦਾ ਧਰਤੀ 'ਚ ਉੱਗਦਾ ਹੈ, ਉਵੇਂ ਦਾ ਸੇਮ ਸਾਇੰਟਿਸਟ ਨੇ ਲੈਬੋਰੇਟਰੀ 'ਚ ਬਣਾ ਲਿਆ। ਹੁਣ ਆਪਾਂ ਇਹ ਦੇਖਣਾ ਹੈ ਵੀ ਜਿਵੇਂ ਨੈਚੁਰਲ ਹੁੰਦਾ ਹੈ, ਸੈਲੂਲਰ ਹੁੰਦਾ ਹੈ, ਜਿਵੇਂ ਨੈਚੁਰਲ ਟਰੀ ਦੇ ਵਿੱਚ ਸੈੱਲ ਹੁੰਦੇ ਆਗੇ, ਉਵੇਂ ਲੈਬੋਰੇਟਰੀ ਟਰੀ ਦੇ ਵਿੱਚ ਸੈੱਲ ਹੈਗੇ ਆ ਜਾਂ ਨਹੀਂ ਹੈਗੇ। ਲੋਕੇਸ਼ਨ ਤੇ ਸਾਇੰਟਿਸਟ ਲੈ ਕੇ ਜਾਣਗੇ ਆਪਾਂ ਨੂੰ। ਹਾਂਜੀ, ਸੈਲੂਲਰ ਸਟਰਕਚਰ ਲੈ ਜਾਊਗਾ, ਕਿਉਂਕਿ ਸੈਲਸ ਦੀ ਗੱਲ ਹੋ ਰਹੀ ਹੈ ਨਾ, ਆਪਾਂ ਦੇਖਾਂਗੇ ਸੈਲਸ ਦੀ ਗੱਲ ਜਾਂ ਸਾਇੰਟਿਸਟ ਦੀ ਗੱਲ ਕਿੱਥੇ ਹੋ ਰਹੀ ਆ। ਚਲੋ ਜੀ, ਦੇਖੋ ਇਹ ਵੀ ਸ਼ਰੇਆਮ ਨਹੀਂ ਕੋਈ ਵੀ ਆਨਸਰ ਮਿਲਦਾ ਹੁੰਦਾ, ਸਿਨੋਨਿਮ ਦੀ ਬਹੁਤ ਵੱਡੀ ਖੇਡ ਹੁੰਦੀ ਹੈ। ਹਾਂਜੀ ਮੈਮ। ਹਾਂ, ਤਾਂ ਤੁਸੀਂ ਦੇਖੋ ਤੁਹਾਨੂੰ ਕਿਤੇ ਸੈਲੂਲਰ ਸਟਰਕਚਰ ਜਾਂ ਸਾਇੰਟਿਸਟ ਮਿਲ ਰਿਹਾ, ਤਾਂ ਤੁਸੀਂ ਸੈਕੰਡ ਪੈਰਾਗ੍ਰਾਫ ਦੇ ਵਿੱਚ ਤੁਹਾਨੂੰ ਸੈਲੂਲਰ ਸਟਰਕਚਰ ਵਰਡ ਮਿਲ ਜੂਗਾ। ਹਾਂ, ਸਾਇੰਟਿਸਟ ਦੀ ਗੱਲ ਹੋਈ ਹੈ ਤਾਂ ਇੱਥੇ ਟੈਕਨੋਲੋਜੀ ਦੀ ਗੱਲ ਹੋ ਗਈ, ਤਾਂ ਟੈਕਨੋਲੋਜੀ ਕਿਹਦੇ ਨਾਲ ਰਿਲੇਟਡ ਹੋ ਗਿਆ ਵਰਡ? ਸਾਇੰਟਿਸਟ ਨਾਲ। ਮਤਲਬ ਕੀ ਹੋ ਗਿਆ ਕਿ ਸ਼ਰੇਆਮ ਸਾਨੂੰ ਸਾਇੰਟਿਸਟ ਨਹੀਂ ਮਿਲਿਆ, ਪਰ ਸਾਇੰਟਿਸਟ ਦੇ ਨਾਲ ਜੁੜਿਆ ਵਰਡ ਦਿੱਤਾ ਟੈਕਨੋਲੋਜੀ। ਹੁਣ ਟੈਕਨੋਲੋਜੀ, ਹੁਣ ਜੇ ਬਹੁਤ ਬੱਚੇ ਨਾ ਵੇਟ ਕਰਨਗੇ ਸਾਇੰਟਿਸਟ ਕਿੱਥੇ ਹੈ, ਸਾਇੰਟਿਸਟ ਨਾ ਮਿਲੇ ਰਿਸਰਚਰ ਮਿਲ ਜੇ, ਰਿਸਰਚਰ ਵੀ ਮਿਲ ਸਕਦਾ ਹੈਗਾ, ਪਰ ਇਹਨਾਂ ਨੇ ਇੱਥੇ ਸਾਨੂੰ ਕੀ ਦਿੱਤਾ? ਟੈਕਨੋਲੋਜੀ ਦਿੱਤਾ। ਹੁਣ ਟੈਕਨੋਲੋਜੀ ਇਜ਼ ਆਲਸੋ ਯੂਜ਼ਡ, ਜਿਹੜਾ ਵਰਡ ਹੈ ਉਹ ਵੀ ਸਾਇੰਸ ਨਾਲ ਜੁੜਿਆ ਵਰਡ ਹੈ ਨਾ। ਟੈਕਨੋਲੋਜੀ ਨੂੰ ਵੀ ਤਾਂ ਸਾਇੰਸ ਨੇ ਹੀ ਬਣਾਇਆ, ਸਾਇੰਟਿਸਟ ਨੇ ਟੈਕਨੋਲੋਜੀ ਬਣਾਈ ਹੈ ਨਾ, ਦੈਟਸ ਵਾਈ। ਚਲੋ ਆਪਣੇ ਕੋਲੇ ਸੈਲਰ ਸਟਰਕਚਰ ਹੋ ਗਿਆ, ਠੀਕ ਹਾਂਜੀ, ਹੈ। ਇਹ ਲਾਈਨ ਦੀ ਸਟਾਰਟਿੰਗ ਕਿੱਥੋਂ ਹੁੰਦੀ ਪਈ ਹੈ? ਡਿਵੈਲਪਡ, ਇੱਥੋਂ, ਠੀਕ ਹੈ ਜੀ। ਕਹਿੰਦਾ ਡਿਵੈਲਪਡ ਮੋਸਟ ਪ੍ਰੋਬੇਬਲੀ ਐਜ਼ ਅ ਡਿਫੈਂਸ ਅਗੇਂਸਟ ਫੋਰੈਸਟ ਫਾਇਰਸ। ਉਹਨਾਂ ਨੇ ਕਹਿੰਦੇ ਡਿਵੈਲਪ ਕੀਤੇ ਇੱਕ ਡਿਫੈਂਸ ਵਾਸਤੇ, ਕਾਦੇ ਵਾਸਤੇ? ਫੋਰੈਸਟ ਫਾਇਰ, ਮਤਲਬ ਕਿ ਫੋਰੈਸਟ ਨੂੰ ਅੱਗ ਨਾ ਲੱਗੇ, ਉਦਾਂ ਡਿਫੈਂਸ ਲਈ ਉਹਨਾਂ ਨੇ ਤਿਆਰ ਕਰ ਲਈ। The bark of the cork oak has a particular cellular structure. ਕਹਿੰਦੇ ਜਿਹੜਾ ਕੋਰਕ ਦਾ ਬਾਰਕ ਹੁੰਦਾ ਨਾ, ਉਹਦਾ ਪਾਰਟਿਕੂਲਰ ਸੈਲੂਲਰ ਸਟਰਕਚਰ ਹੁੰਦਾ, ਜਿਹਦੇ ਵਿੱਚ with about 40 million cells per cubic centimeter, ਜਿਹਦੇ ਵਿੱਚ ਪਰ ਕਿਊਬਿਕ ਸੈਂਟੀਮੀਟਰ ਦੇ ਵਿੱਚ 40 ਮਿਲੀਅਨ ਸੈਲਸ ਹੁੰਦੇ ਨੇ। that ਅੱਗੇ ਪੜੋ, that technology has never succeeded in replicating। ਹਾਂਜੀ, ਜਿਹਨੂੰ ਕੀ ਆ, ਟੈਕਨੋਲੋਜੀ ਕਦੀ ਵੀ ਰਿਪਲੇਸ ਨਹੀਂ ਕਰ ਸਕਦੀ, ਮਤਲਬ ਕਿ ਟੈਕਨੋਲੋਜੀ ਉਦਾਂ ਦਾ ਬਣਾ ਹੀ ਨਹੀਂ ਸਕਦੀ। ਹਾਂ, ਵੈਰੀ ਗੁੱਡ, ਕੀ ਬਾਤ ਹੈ, ਬਹੁਤ ਅੱਛੇ। ਆਪਣੇ ਕੋਲੇ ਕੁਐਸਚਨ ਦੀ ਡਿਮਾਂਡ ਇਹ ਸੀ ਵੀ ਜਿਹੜੇ ਸਾਇੰਟਿਸਟ ਨੇ ਉਹਨਾਂ ਨੇ ਬਿਲਕੁਲ ਉਵੇਂ ਦਾ ਦਰਖਤ ਬਣਾਤਾ ਜਿਵੇਂ ਦਾ ਨੈਚੁਰਲ ਹੁੰਦਾ ਹੈ, ਜਿਵੇਂ ਦੇ ਨੈਚੁਰਲ ਦਰਖਤ ਦੇ ਵਿੱਚ ਸੈੱਲ ਹੁੰਦੇ ਨੇਗੇ, ਬਿਲਕੁਲ ਸਾਇੰਸ ਨੇ ਵੀ ਉਵੇਂ ਦਾ ਬਣਾਤਾ। ਇੱਧਰ ਆਪਣੇ ਕੋਲੇ ਕੀ ਕੁਐਸਚਨ ਕਹਿਤਾ ਵੀ ਸਾਇੰਸ ਜਾਂ ਟੈਕਨੋਲੋਜੀ ਹੈ ਨਾ ਜਿਹੜੀ, ਉਹ ਕਦੇ ਵੀ ਉਵੇਂ ਦਾ ਦਰਖਤ ਨਹੀਂ ਬਣਾ ਸਕਦੀ ਜਿਵੇਂ ਦਾ ਕੁਦਰਤ ਬਣਾਏਗੀ। ਤਾਂ ਡੈਫੀਨਿਟਲੀ ਉਹ ਕਹਿੰਦੇ ਵੀ ਉਹਨਾਂ ਨੇ ਦਰਖਤ ਬਣਾਇਆ, ਇੱਧਰ ਕਹਿੰਦੇ ਉਹ ਤਾਂ ਦਰਖਤ ਬਣਾ ਹੀ ਨਹੀਂ ਸਕਦੇ। ਉਲਟ ਹੋ ਗਿਆ ਨਾ, ਐਕੂਰੇਟ ਆਂਸਰ ਆ ਗਿਆ ਫਾਲਸ। ਵੈਰੀ ਗੁੱਡ ਮੋਨਿਕਾ, ਸ਼ਾਬਾਸ਼, ਐਕੂਰੇਟ ਆਂਸਰ ਹੈਗਾ ਫਾਲਸ। ਬਸ ਇੱਕ ਵਾਰ ਮੈਂ ਤੁਹਾਨੂੰ ਹੋਰ ਕਰ ਦੇਣਾ ਹੈਲਪ ਤੁਹਾਡੀ। ਕੁਐਸਚਨ ਦੀ ਡਿਮਾਂਡ ਇਹ ਸੀਗੀ ਆਪਣੇ ਕੋਲੇ ਵੀ ਜਿਹੜਾ ਸਾਇੰਟਿਸਟ ਨੇਗੇ ਉਹਨਾਂ ਨੇ ਸਿੰਥੈਟਿਕ ਕਾਰਕ ਤਿਆਰ ਕਰ ਲਿਆ, ਇੱਕ ਐਵੇਂ ਦਾ ਦਰਖਤ ਬਣਾ ਲਿਆ ਜਿਹੜਾ ਲੈਬੋਰੇਟਰੀ ਦੇ ਵਿੱਚ ਸੇਮ ਸੈਲੂਲਰ ਸਟਰਕਚਰ, ਜਿਹਦਾ ਸੈਲੂਲਰ ਸਟਰਕਚਰ ਬਿਲਕੁਲ ਸੇਮ ਹੈ ਨੈਚੁਰਲ ਕਾਰਕ ਵਰਗਾ, ਜਿਵੇਂ ਦਾ ਕੁਦਰਤੀ ਮਿੱਟੀ ਦੇ ਵਿੱਚੋਂ ਦਰਖਤ ਉੱਗਦਾ ਹੈਗਾ, ਕੁਦਰਤੀ ਮਿੱਟੀ ਦੇ ਵਿੱਚ ਜਿਹੜਾ ਦਰਖਤ ਹੈ ਜਿਹੜਾ ਉਹ ਪਲਦਾ ਹੈਗਾ, ਸਾਇੰਸ ਨੇ ਉਹ ਬਿਲਕੁਲ ਸੇਮ ਬਣਾ ਲਿਆ। ਪਰ ਆਪਾਂ ਨੂੰ ਇਧਰ ਆ ਕੇ ਉਹਨਾਂ ਨੇ ਇਹ ਦੱਸਤਾ ਵੀ ਜਿਵੇਂ ਦਾ ਕੁਦਰਤੀ ਦਰਖਤ ਹੁੰਦਾ ਹੈ ਜਿਹ 'ਚ 1 ਸੈਂਟੀਮੀਟਰ ਦੇ ਵਿੱਚ ਲਗਭਗ 40 ਮਿਲੀਅਨ ਸੈਲਸ ਹੁੰਦੇ ਨੇ, ਸਾਇੰਸ ਕਦੇ ਵੀ ਇਹ ਚੀਜ਼ ਨੂੰ ਜਾਂ ਜਿਹੜੀ ਟੈਕਨੋਲੋਜੀ ਹੈ ਉਹ ਕਦੇ ਸਕਸੀਡਡ ਨਹੀਂ ਹੋਈ, ਉਹ ਰਿਪਲੇਸ ਨਹੀਂ ਕਰ ਸਕਦੀ। ਜੋ ਕੁਦਰਤ ਹੈ ਉਹ ਕੁਦਰਤੀ ਹੈ, ਜੋ परमात्मा ने बनाता वो बनाता। ठीक है, चलो जी थर्ड क्वेश्चन है ना, इंडिविजुअल कॉर्क ओक ट्रीज must be left for 25 years between the first and second harvest। ਕਹਿੰਦੇ ਜਿਹੜਾ ਕਾਰਕ ਟਰੀ ਹੁੰਦਾ ਨਾ ਉਹਨੂੰ 25 ਇਅਰਸ ਲਈ ਲੈਫਟ ਕਰਨਾ ਪੈਂਦਾ, ਛੱਡਣਾ ਪੈਂਦਾ ਫਰਸਟ ਤੇ ਸੈਕਿੰਡ ਹਾਰਵੈਸਟ। ਹਾਰਵੈਸਟਿੰਗ ਕੀ ਹੁੰਦਾ? ਕੱਟਣਾ, ਕਟਾਈ, ਹਨਾ। ਕਹਿੰਦੇ ਮਤਲਬ ਜਦੋਂ ਇੱਕ ਵਾਰੀ ਉਹਦੇ ਤੋਂ ਕੱਟ ਲਿਆ, ਜਿਹੜਾ ਉਹਦਾ ਫਰੂਟ ਹੈਗਾ ਜੋ ਵੀ ਉਹਦੇ ਤੋਂ ਉਤਾਰਨਾ, ਜਦੋਂ ਕੱਟ ਲਿਆ ਉਹ 25 ਸਾਲ ਤੱਕ ਦੁਬਾਰਾ ਨਹੀਂ ਕੱਟਿਆ ਜਾਂਦਾ। ਮਤਲਬ ਪਹਿਲੀ ਤੇ ਦੂਸਰੀ ਕਟਾਈ ਦੇ ਵਿੱਚ 25 ਸਾਲਾਂ ਦਾ ਫਰਕ ਹੁੰਦਾ ਹੈ। ਜਿਵੇਂ ਮੰਨ ਕੇ ਚਲੋ ਆਪਾਂ ਕਣਕ ਜਾਂ ਝੋਨਾ ਲਾਉਨੇ ਆ, 6 ਮਹੀਨੇ ਹੋ 6 ਮਹੀਨੇ ਹੋ 6 ਮਹੀਨੇ ਹੋ 6 ਮਹੀਨੇ ਹੋ, ਆਪਣਾ ਮਤਲਬ ਕੀ ਹੈ ਕਿ ਮਿੱਟੀ ਦਾ, ਧਰਤੀ ਦਾ ਸਰਕਲ ਇਹੀ ਬਣਿਆ ਹੋਇਆ ਨਾ
ਇਹ ਕਹਿੰਦੇ ਇਹਨਾਂ ਨੇ ਕੁਐਸਚਨ ਇਹ ਕਿਹਾ ਵੀ ਜਿਹੜਾ ਕੌਰਕ ਟਰੀ ਹੈ ਨਾ, ਜੇ ਆਪਣੇ ਉਹਨੂੰ ਇੱਕ ਵਾਰ ਮੰਨ ਲਓ ਵੱਢ ਲਿਆ, ਤਾਂ ਜਦੋਂ ਆਪਾਂ ਨੇ ਦੂਜੀ ਵਾਰ ਵੱਢਣਾ ਹੈ ਨਾ ਉਹਨੂੰ, ਤਾਂ ਇਹਨਾਂ ਦੇ ਵਿੱਚ 25 ਸਾਲ ਦਾ ਫਰਕ ਹੋਣਾ ਚਾਹੀਦਾ ਹੈਗਾ। ਮਤਲਬ ਇੱਕ ਵਾਰੀ ਵੱਢ ਕੇ ਜਦੋਂ ਸੈਕਿੰਡ ਟਾਈਮ ਉਹਨੂੰ ਵੱਢਾਂਗੇ ਤਾਂ 25 ਸਾਲਾਂ ਬਾਅਦ ਵੱਢਿਆ ਜਾਊਗਾ। ਚਲੋ ਹੁਣ ਆਪਣੇ ਕੋਲੇ ਲੋਕੇਸ਼ਨ ਤੇ ਮੈਨੂੰ ਲੱਗਦਾ ਮੈਮ 25 ਈਅਰ ਹੈ ਨਾ। ਹਮੇਸ਼ਾ ਜਦੋਂ ਤੁਹਾਨੂੰ ਡਿਜਿਟ ਮਿਲ ਜੂਗਾ ਉਹੀ ਤੁਹਾਡੀ ਕੀਵਰਡ ਹੋ ਜਾਏਗਾ। ਚਲੋ ਜੀ 25 ਈਅਰ ਦੀ ਆਪਾਂ ਗੱਲ ਕਰਦੇ ਹਾਂ, ਜਿੱਥੇ ਵੀ 25 ਈਅਰ ਦੀ ਗੱਲ ਹੋ ਰਹੀ ਆਪਣੀ 25, ਤੇ ਇਹ ਬਹੁਤ ਸੌਖੇ ਮਿਲਦੇ ਹੁੰਦੇ ਨੇ ਐਵੇਂ ਦੇ 40 ਮਿਲੀਅਨ ਕੰਟਰੀਜ਼। $200 ਆ ਰਿਹਾ ਹੈ ਨਾ। ਕੀ ਬਾਤ ਹੈ। ਦੇਖੋ ਸਭ ਤੋਂ ਵਧੀਆ ਤਰੀਕਾ ਸਮਝ ਗਏ ਨਾ ਕਿ ਜਦੋਂ ਨੂਮੈਰੀਕਲ ਨੰਬਰ ਹੁੰਦਾ ਹੈ, ਕਿਉਂਕਿ ABC ਦੇ ਵਿੱਚੋਂ ਨੂਮੈਰੀਕਲ ਅਲੱਗ ਚਮਕ ਜਾਂਦਾ ਹੈ। ਸਭ ਤੋਂ ਸੌਖਾ ਹੈਗਾ ABC ਦੇ ਵਿੱਚੋਂ ਨੂਮੈਰੀਕਲ ਹੈ ਜਿਹੜਾ ਪੁੱਤ ਉਹ ਅਲੱਗ ਚਮਕ ਗਿਆ। ਚਲੋ ਆਪਾਂ ਦੇਖਦੇ ਹਾਂਗੇ 25 ਈਅਰ। ਹੁਣ ਦੇਖੋ ਸ਼ੁਰੂ ਕਿੱਥੋਂ ਹੋ ਰਿਹਾ, ਤਾਂ ਇੱਥੋਂ ਕਹਿੰਦਾ ਫਰੋਮ ਦਾ ਪਲਾਂਟਿੰਗ ਆਫ ਅ ਕਾਰਕ ਸੈਪਲਿੰਗ ਟੂ ਦਾ ਫਰਸਟ ਹਾਰਵੈਸਟ ਟੇਕਸ 25 ਈਅਰ। ਹਾਂ ਕਹਿੰਦੇ ਜਦੋਂ ਪਹਿਲੀ ਵਾਰੀ ਪਲਾਂਟਿੰਗ ਹੁੰਦਾ ਵੀ ਜਦੋਂ ਪੈਦਾ ਕਰਦੇ ਨੇ ਉਹਨੂੰ ਉਗਾਉਂਦੇ ਨੇ, ਉਦੋਂ ਤੋਂ ਉਗਾਉਣ ਤੋਂ ਲੈ ਕੇ ਪਹਿਲੀ ਹਾਰਵੈਸਟ ਤੇ 25 ਸਾਲ ਲੱਗਦੇ ਨੇ। ਮਤਲਬ ਜਦੋਂ ਇੱਕ ਵਾਰੀ ਉਗਾਇਆ, ਜਦੋਂ ਪਹਿਲੀ ਵਾਰੀ ਕੱਟਣਗੇ 25 ਇਅਰਸ ਬਾਅਦ ਕੱਟਣਗੇ। 25 ਸਾਲ ਮਤਲਬ ਕਿਉਂ ਗਿਆ, ਜਦੋਂ ਉਹਨਾਂ ਨੇ ਕਾਰਕ ਟਰੀ ਉਗਾਤਾ ਨਾ ਤਾਂ ਉਹ ਹੌਲੀ ਹੌਲੀ ਵੱਡਾ ਹੋਏਗਾ, ਹੌਲੀ ਹੌਲੀ ਵੱਡਾ ਹੋਏਗਾ, ਤੇ ਜਦੋਂ 25 ਸਾਲ ਹੋ ਗਏ ਨਾ ਉਦੋਂ ਤੱਕ ਜਾ ਕੇ ਉਹ ਵੱਡਾ ਹੋਏਗਾ। ਐਂਡ a gap of approximately a decade must separate harvest from an individual tree। ਹਾਂਜੀ, ਤੇ ਕਹਿੰਦੇ ਜਿਹੜਾ ਗੈਪ ਹੁੰਦਾ ਦੋਨੋਂ ਦੂਸਰੀ ਹਾਰਵੈਸਟ ਦਾ, ਸੈਪਰੇਟ ਹਾਰਵੈਸਟ ਦਾ ਜਿਹੜਾ ਗੈਪ ਆ ਉਹ ਡਿਕੇਡ ਦਾ ਹੁੰਦਾ ਹੈ। ਡਿਕੇਡ ਹੁੰਦੇ ਨੇ 10 ਸਾਲ 10 ਈਅਰ। ਮੇਰੀ ਗੱਲ ਨੂੰ ਬੜੇ ਧਿਆਨ ਨਾਲ ਦੇਖੋ। ਉਧਰੋਂ ਕੁਐਸਚਨ ਆਪਾਂ ਨੂੰ ਕੀ ਕਹਿੰਦਾ ਵੀ ਜਦੋਂ ਤੁਸੀਂ ਇੱਕ ਵਾਰ ਜਿਹੜਾ ਟਰੀ ਹੈ ਉਹਨੂੰ ਵੱਢ ਲਿਆ ਤੇ ਦੂਜੀ ਵਾਰ ਜਦੋਂ ਤੁਸੀਂ ਵੱਢੋਗੇ ਨਾ ਤਾਂ ਉਹ ਚ 25 ਸਾਲ ਦਾ ਫਰਕ ਆਪਸ ਦੇ ਵਿੱਚ ਹੋਣਾ ਚਾਹੀਦਾ ਹੈ। ਹੁਣ ਜਦੋਂ ਆਪਾਂ ਕੀ ਕਰਿਆ, ਵੈਰੀ ਗੁੱਡ ਅਮਰਦੀਪ, ਸ਼ਾਬਾਸ਼, ਆਪਾਂ ਕੀ ਕਰਿਆ, ਦੇਖਿਆ 25 ਸਾਲ ਲੱਭਿਆ ਆਪਾਂ ਨੇ, 25 ਈਅਰ ਆਪਾਂ ਨੂੰ ਲੱਭ ਗਿਆ। ਜਦੋਂ ਆਪਾਂ 25 ਈਅਰ ਮਾਈ ਡੀਅਰ ਦੇਖਿਆ ਨਾ, ਉਹ ਕਹਿੰਦੇ ਵੀ ਇਹਨੂੰ ਜਦੋਂ ਤੁਸੀਂ ਇਹਨੂੰ ਉਗਾਇਆ ਤਾਂ ਇਹਨੂੰ ਉਗਣ ਤੇ 25 ਸਾਲ ਲੱਗਣਗੇ। ਆਪਾਂ ਮੰਨਦੇ ਹਾਂ, ਕਹਿੰਦਾ ਇਹਨੂੰ ਉਗਣ ਤੇ 25 ਸਾਲ ਬਿਲਕੁਲ ਲੱਗਣਗੇ। ਪਰ 25 ਸਾਲ ਜਦੋਂ ਇਹਨੂੰ ਉਗਾ ਕੇ ਉਸ ਤੋਂ ਬਾਅਦ ਇੱਕ ਵਾਰ ਵੱਢ ਲਿਆ, ਫਿਰ ਇਹਨੂੰ ਜਦੋਂ ਦੁਬਾਰੇ ਵੱਢਣੇ ਨਾ ਤਾਂ ਆਪਸ ਦੇ ਵਿੱਚ 25 ਸਾਲਾਂ ਦਾ ਫਰਕ ਨਹੀਂ, ਆਪਸ ਦੇ ਵਿੱਚ ਤਾਂ 10 ਸਾਲਾਂ ਦਾ ਫਰਕ ਚਾਹੀਦਾ। ਕਿਉਂਕਿ ਜਿਹੜੇ ਬੰਦੇ ਨੂੰ ਡਿਕੇਡ ਦਾ ਫਰਕ ਪਤਾ ਹੋਊਗਾ ਤਾਂ ਡੈਫੀਨਿਟਲੀ ਐਕੂਰੇਟ ਆਂਸਰ ਫਿਰ ਕੀ ਆ ਗਿਆ, ਫਾਲਸ। ਫਾਲਸ, ਵੈਰੀ ਗੁੱਡ। ਫਿਰ ਆਂਸਰ ਕੀ ਆ ਗਿਆ, ਫਾਲਸ। ਲਓ ਜੀ, ਹੁਣ ਆਪਾਂ 4th ਕੁਐਸਚਨ ਕਰਨ ਤੋਂ ਪਹਿਲਾਂ ਵਾਰੀ ਆ ਗਈ ਆਪਣੀ ਐਕਟੀਵਿਟੀ ਦੀ। ਵਾਓ, ਮਤਲਬ ਮੈਂ ਕਿਸੇ ਵੀ ਬੱਚੇ ਤੋਂ, ਜੇ ਕੋਈ ਪਾਰਟਿਸਿਪੇਟ ਕਰਨਾ ਚਾਹੁੰਦਾ ਆਪਣੀ ਮਰਜ਼ੀ ਨਾਲ ਤਾਂ ਹੱਥ ਖੜੇ ਕਰ ਸਕਦਾ ਹੈਗਾ, ਤੇ ਜਿੱਤਣ ਦਾ ਮੌਕਾ ਹੈਗਾ, ਤੇ ਤੁਸੀਂ ਆਪਣੀ ਫੀਸ ਪੂਰੀ ਰਿਫੰਡ ਕਰਵਾ ਸਕਦੇ ਹੋਗੇ। ਪਰ ਇਹ ਵੀ ਗੱਲ ਯਾਦ ਰੱਖਿਓ ਕਿ ਗਲਤ ਹੋਣ ਦੀ ਸੂਰਤ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕੀ ਹੋ ਸਕਦਾ ਹੈਗਾ, ਹਨਾ, ਮਤਲਬ ਕੁਝ ਵੀ ਹੋ ਸਕਦਾ ਹੈਗਾ। ਜੇ ਗਲਤ ਹੋਇਆ ਤਾਂ ਮੈਂ ਤੁਹਾਡੇ ਤੋਂ ਲਵਾਂਗਾ 50 ਰੁਪਏ ਹੱਕ ਦੇ, ਤੇ ਮੈਂ ਤੁਹਾਨੂੰ ਪਹਿਲੀ ਗੂਗਲ ਪੇ ਨੰਬਰ ਦੇ ਦਾਂ, ਕਿਉਂਕਿ ਫਿਰ ਬਾਰ-ਬਾਰ ਤੁਹਾਨੂੰ ਵਿਚਾਰੇ ਨੂੰ ਡਿਸਟਰਬ ਕਿਉਂ ਕਰਨਾ ਹੈ, ਹਨਾ। ਚਲੋ ਆਪਾਂ ਦੇਖਦੇ ਆਂਗੇ, ਕੁਛ ਕੁ ਹੱਥ ਹੈਗੇ ਨੇਗੇ ਜਿਹੜੇ ਕਹਿੰਦੇ ਅਸੀਂ ਖੜੇ ਹੋਣਾ ਹੈਗਾ। ਦੇਖੀਏ ਤੁਹਾਡੇ ਜੋ ਕੌਣ ਕੌਣ ਕੌਣ। ਇਹ ਆਪਾਂ ਕਿਰਨ ਜੋਤੀ ਮੈਮ ਦੇਖੀਏ, ਆਪਾਂ ਆ ਜਾਓ। ਵੈਰੀ ਗੁੱਡ, ਕੀ ਹਾਲ ਚਾਲ ਮੈਮ, ਠੀਕ ਠਾਕ ਹੋ? ਕਰੋ ਅਨਮਿਊਟ। ਹੈਲੋ, ਅਨਮਿਊਟ ਕਰੋ। ਅਨਮਿਊਟ ਨਹੀਂ ਹੋਇਆ ਤੁਹਾਡਾ, ਅਨਮਿਊਟ ਕਰੋ। ਅਨਮਿਊਟ, ਅਨਮਿਊਟ, ਯੈਸ ਹੋ ਗਿਆ। ਹੈਲੋ ਮੈਮ, ਬਹੁਤ ਵਧੀਆ ਸਰ, ਯੂ ਆਰ ਵੈਰੀ ਨਾਈਸ ਟੀਚਰ। ਥੈਂਕ ਯੂ। ਬੇਸਿਕਲੀ ਫਰੋਮ ਵੇਅਰ ਆਰ ਯੂ ਮੈਮ? I am basically from Amritsar, government employee teacher. Very good. What subject do you teach? Computers. Computer, very good. Last 13 years. Sounds good. ਤੁਸੀਂ Control Alt Z ਉਹ ਵਾਲੇ ਹੋ, Control Alt Delete ਵਾਲੇ। ਹਾਂਜੀ ਸਰ, ਹਾਂਜੀ। ਵੈਰੀ ਗੁੱਡ। ਕਿਰਨ ਮੈਮ, ਤੁਹਾਡੇ ਕੋਲੇ ਬੜਾ ਵਧੀਆ ਓਪਰਚੁਨਿਟੀ ਹੈਗੀ ਮੈਚ ਨੂੰ ਜਿੱਤਣ ਦੀ। ਮੈਂ ਤੁਹਾਡੇ ਤੋਂ 3 ਵੋਕੈਬਲਰੀ ਦੇ ਛੋਟੇ ਛੋਟੇ ਜਿਹੇ ਵਰਡ ਪੁੱਛੂੰਗਾ ਜਿਹੜੇ ਆਮ ਸ਼ਬਦ ਹੁੰਦੇ ਨੇ। ਜੇ ਤੁਸੀਂ ਦੱਸਤਾ ਮੈਮ ਤਾਂ ਡੈਫੀਨਿਟਲੀ ਤੁਹਾਡੀ ਜਿਹੜੀ ਫੀਸ ਹੈ ਉਹ ਤੁਹਾਨੂੰ ਰਿਫੰਡ ਕੀਤੀ ਜਾਊਗੀ, ਜਾਂ ਰਿਫੰਡ ਤੁਸੀਂ ਨਹੀਂ ਲੈਣਾ ਚਾਹੁੰਦੇ ਤਾਂ ਤੁਸੀਂ ਆਪਣਾ ਜਿਹੜਾ ਨੈਕਸਟ ਮੰਥ ਹੈ ਤੁਸੀਂ ਆਪਣਾ ਉਹ ਬਿਲਕੁਲ ਫ੍ਰੀ ਵੀ ਲਾ ਸਕਦੇ ਹੋਗੇ। ਜੇ ਤੁਸੀਂ ਨਹੀਂ ਵੀ ਲਾਉਣਾ, ਤੁਸੀਂ ਕਿਸੇ ਨੂੰ ਹੋਰ ਵੀ ਲਵਾ ਸਕਦੇ ਹੋ।
ਡਨ। ਠੀਕ ਹੈ sir, ਹਾਂਜੀ। ਚਲੋ ਮੇਰਾ ਪਹਿਲਾ ਵਰਡ ਹੈ ਮੈਮ, ਸਪੈਲਿੰਗ ਦੱਸੋ ਜੀ ਮੈਨੂੰ, ਸਪੈਲਿੰਗ ਚਾਹੀਦੀ ਨੇ ਪਹਿਲੇ ਵਰਡ ਦੇ ਮੈਨੂੰ। ਏ ਦੇਖ ਨਹੀਂ ਰਹੇ ਮੈਨੂੰ, ਕਿੱਥੇ ਹੋ ਤੁਸੀਂ? ਇੱਕ ਮਿੰਟ, ਵੇਅਰ ਆਰ ਯੂ, ਵੇਅਰ ਆਰ ਯੂ, ਵੇਅਰ ਆਰ ਯੂ, ਵੇਅਰ ਆਰ ਯੂ? ਚਲੋ ਆਵਾਜ਼ ਆ ਰਹੀ ਹੈ ਮੈਮ? ਇਜ਼ ਇਟ ਕੰਫਰਟੇਬਲ? ਹਾਂਜੀ ਹਾਂਜੀ ਸਰ। ਚਲੋ ਡਨ। ਮੈਨੂੰ ਪਹਿਲਾ ਵਰਡ ਹੈ, ਸਪੈਲਿੰਗ ਦੱਸੋ ਪਜਾਮਾ। ਜਿਹੜਾ ਆਪਾਂ ਪਜਾਮਾ ਪਾਉਂਦੇ ਆ, ਪਜਾਮੇ ਦੀ ਸਪੈਲਿੰਗ ਕੀ ਨੇ? PAJAMA। ਜੀਤਾ। ਪਜਾਮੇ ਦੀ ਸਪੈਲਿੰਗ ਮੈਮ ਇਹ ਨਹੀਂ ਹੁੰਦੇ, ਪਜਾਮੇ ਦੇ ਹੁੰਦੇ ਨੇ PYAJAMA। ਪਜਾਮੇ ਦੇ ਵਿੱਚ ਮੇਰਾ ਪਰਾਂ ਹੋ ਰਿਹਾ ਸੀਗਾ, ਸ਼ੁਕਰ ਪ੍ਰਮਾਤਮਾ ਦਾ। ਬਚ ਗਏ ਸਰ ਤੁਸੀਂ। ਮੈਨੂੰ ਲੱਗਦਾ ਤੁਸੀਂ ਜਾਣ ਕੇ ਬਚਾਤਾ ਮੈਨੂੰ, ਵੈਰੀ ਗੁੱਡ। ਦੂਜਾ ਵੋਕੈਬਲਰੀ ਦਾ ਵਰਡ ਮੈਮ, ਰੈਡੀ ਹੋ? ਸਰ ਹਾਂਜੀ, ਬੇਇੱਜ਼ਤੀ ਨਾ ਕਰੋ ਸਰ, ਸੌਖਾ ਪੁੱਛ ਲਓ। ਨਹੀਂ ਬਹੁਤ ਸੌਖਾ ਮੈਮ, ਪਜਾਮੇ ਤੋਂ ਸੌਖਾ ਹੋਰ ਕੀ ਹੋ ਸਕਦਾ ਜ਼ਿੰਦਗੀ 'ਚ? ਸਭ ਤੋਂ ਸੌਖੀ ਚੀਜ਼ ਹੈ ਪਜਾਮਾ। ਚਲੋ ਦੂਜਾ ਬਹੁਤ ਸੌਖਾ ਜਿਹਾ ਵਰਡ ਹੈ। ਤੁਸੀਂ ਟਿਊਸ਼ਨ ਪੜਾਉਂਦੇ ਹੋ ਮੈਮ? ਜੀ। ਚਲੋ ਟਿਊਸ਼ਨ ਦੀ ਸਪੈਲਿੰਗ ਦੱਸੋ। ਸਰ ਤੁਸੀਂ ਦੱਸੇ ਸੀ ਆਪਣੀ ਵੀਡੀਓ 'ਚ ਵੀ। ਚਲੋ ਤੁਸੀਂ ਦੱਸੋ ਮੈਨੂੰ। ਸਰ TUTION ਸਰ। ਮੈਂ ਫਿਰ ਜੀਤਾ। TUITION ਮਤਲਬ ਬੱਚਿਆਂ ਦੇ ਵਿੱਚ ਜਿੱਤਣ ਦੀ ਕਾਬਲੀਅਤ ਹੈ। ਹਾਂਜੀ ਹਾਂਜੀ ਦਿਖਾਓ ਦਿਖਾਓ, ਅਮਰ ਦਿਖਾ। ਵੈਰੀ ਗੁੱਡ। ਦੇਖੋ ਮੈਮ ਆਹ ਹੁੰਦੇ ਸਪੈਲਿੰਗ ਟਿਊਸ਼ਨ ਦੇ। TION। ਮਤਲਬ ਅੱਜ ਤਾਂ ਦੋ ਚੀਜ਼ਾਂ ਮੈਂ ਜਿੱਤ ਗਿਆ। ਠੀਕ ਹੈ ਮੈਂ 50 ਰੁਪਏ ਹੋ ਗਏ ਤੁਹਾਡੇ ਕੋਲ। ਹਾਂਜੀ ਹਾਂਜੀ ਠੀਕ ਹੈ, ਥੈਂਕ ਯੂ ਸੋ ਮਚ। 3 ਕੁਐਸਚਨਾਂ ਤੋਂ ਬਾਅਦ ਤੁਸੀਂ ਇਹ ਦੇਖੋ, ਅਮਰ ਤੁਹਾਡਾ ਟੀਚਰ ਮਤਲਬ ਕਿੱਡੇ ਕਿੱਡੇ ਮਰਦ ਖੇਡਦੇ ਖਤਰਿਆਂ ਨਾਲ ਹੋਈ ਪਈ ਹੈ ਗੱਲਬਾਤ। ਚਲੋ ਜੀ ਆਪਾਂ 3 ਕੁਐਸਚਨ ਕਿੰਨੇ ਵਧੀਆ ਤੇ ਸਲੀਕੇ ਦੇ ਤਰੀਕੇ ਨਾਲ ਕਰੇ ਨੇ, ਤੇ ਜਦੋਂ ਚੌਥੇ ਕੁਐਸਚਨ ਤੇ ਆ ਰਹੇ ਆ ਤੇ ਬਹੁਤ ਸਾਰੇ ਬੱਚਿਆਂ ਦੇ ਦਿਮਾਗ 'ਚ ਹੈਗਾ ਹੁਣ ਤਾਂ ਟਰੂ ਆਊਗਾ। ਇੰਨਾ ਟਾਈਮ ਤਾਂ ਨਹੀਂ ਕਿਤੇ ਉਰਾਂ ਪਰਾਂ ਹੋ ਸਕਦਾ, ਅੱਧੇ ਦਾ ਇਹ ਵੀ ਟਰੂ ਆਉਣਾ ਭੁੱਲ ਗਿਆ। ਚਲੋ ਦੇਖਦੇ ਆ ਕਿ 4th ਕੁਐਸਚਨ ਹੈਗਾ, ਰੱਬ ਸੁੱਖ ਰੱਖੇ ਆਪਾਂ ਬਹੁਤ ਚੰਗੇ ਤਰੀਕੇ ਨਾਲ ਸਿੱਖੀਏ। ਕਹਿੰਦਾ cork bark should be stripped in dry atmospheric conditions। ਜਿਹੜਾ ਕਹਿੰਦੇ ਕਾਰਕ ਦਾ ਬਾਕ ਹੁੰਦਾ ਉਹਨੂੰ ਸਟ੍ਰਿਪਡ ਕਰਨਾ ਮੀਨਸ ਛਿੱਲਣਾ, ਉਹਨਾਂ ਨੂੰ ਛਿੱਲਿਆ ਜਾਣਾ ਚਾਹੀਦਾ ਡਰਾਈ ਐਟਮੋਸਫੇਰਿਕ ਕੰਡੀਸ਼ਨ ਚ। ਜਦੋਂ ਸੁੱਕਿਆ ਹੋਵੇ ਮਤਲਬ ਡਰਾਈ ਹੋਵੇ ਐਟਮੋਸਫੇਅਰ, ਸਿਰਫ ਉਦੋਂ ਹੀ ਉਹਨੂੰ ਸਟ੍ਰਿਪ ਕਰਨਾ ਚਾਹੀਦਾ ਹੈ। ਸੋ ਆਪਾਂ ਦੇਖਦੇ ਸਟ੍ਰਿਪਿੰਗ ਦੀ ਗੱਲ ਕਿੱਥੇ ਹੋ ਰਹੀ ਆ। ਠੀਕ ਹੈ, ਕਹਿਣ ਦਾ ਮਤਲਬ ਇਹੀ ਹੈਗਾ ਜੀ ਜਿਹੜਾ ਕਾਰਕ ਬਾਰਕ ਹੈ ਉਹਨੂੰ ਸ਼ੁੱਡ ਬੀ ਸਟ੍ਰਿਪਡ ਕੀ ਕਰਨਾ ਮੈਮ? ਛਿੱਲਣਾ। ਠੀਕ ਹੈ ਜੀ, ਉਹਨੂੰ ਛਿੱਲਣਾ ਚਾਹੀਦਾ ਹੈ ਕੱਲੇ ਡਰਾਈ ਐਟਮੋਸਫੇਰਿਕ ਕੰਡੀਸ਼ਨ ਚ। ਮਤਲਬ ਡਰਾਈ ਹੁੰਦਾ ਜਦੋਂ ਸੁੱਕਾ ਹੋਵੇ, ਹਨਾ, ਜਦੋਂ ਸੁੱਕਿਆ ਹੋਇਆ ਮੌਸਮ ਹੋਵੇ, ਜਦੋਂ ਸੁੱਕਿਆ ਹੋਇਆ ਮੌਸਮ ਹੁੰਦਾ ਹੈਗਾ, ਜਿਹੜਾ ਕਾਰਕ ਦਾ ਬਾਰਕ ਹੈ ਨਾ, ਜਿਹੜਾ ਉਹ ਦਰਖਤ ਦਾ ਛਿੱਲੜ ਹੈ ਨਾ, ਉਹਨੂੰ ਉਦੋਂ ਹੀ ਛਿੱਲਣਾ ਚਾਹੀਦਾ ਹੈਗਾ, ਉਦੋਂ ਹੀ ਉਤਾਰਨਾ ਚਾਹੀਦਾ ਹੈਗਾ ਜਦੋਂ ਜਿਹੜਾ ਇਹਦਾ ਮੌਸਮ ਹੋਵੇ ਸੁੱਕਾ ਹੋਵੇ, ਮੌਸਮ ਸੁੱਕਾ ਹੋਵੇ, ਕੋਈ ਮੀਂਹ ਹਨੇਰੀ ਕੁਛ ਨਾ ਹੋਵੇ ਜੀ, ਉਦੋਂ। ਤਾਂ ਆਪਣੇ ਕੋਲੇ ਹਾਂਜੀ ਆਪਾਂ ਇਹਦੇ ਸਟ੍ਰਿਪਿੰਗ ਦੀ ਗੱਲ ਕਿੱਥੇ ਹੋ ਰਹੀ ਆ ਵੀ ਕਦੋਂ ਸਟ੍ਰਿਪ ਕਰਨਾ ਚਾਹੀਦਾ। ਚਲੋ ਜੀ, ਤੇ ਆਪਾਂ 25 ਈਅਰ ਤੇ ਪੜ ਲਿਆ ਸੀ ਮੈਨੂੰ ਲੱਗਦਾ ਇਹ ਇੱਥੇ ਹੈ ਨਾ, ਇਹ ਤੋਂ ਨੀਚੇ ਦੇਖਾਂਗੇ ਅਸੀਂ ਇੱਥੇ ਐਂਡ ਆ ਮਿਲ ਗਿਆ ਮੈਮ। ਤੁਸੀਂ ਦੇਖੋ ਆ ਰਿਹਾ ਸਟ੍ਰਿਪਡ। ਲੋਕੇਸ਼ਨ ਤੇ ਜਾਣਾ ਇਜ਼ ਸੋ ਈਜ਼ੀ, ਦਿਸ ਇਜ਼ ਕਾਲਡ ਸੋ ਬੈਸਟ एवरीवन। ਚਲੋ ਦੇਖਦੇ ਹਾਂ ਇੱਥੋਂ ਪੜੀਏ। You even have to wait for the right kind of summer's day to harvest cork। ਕਹਿੰਦੇ ਕਿ ਤੁਹਾਨੂੰ ਮਤਲਬ ਇਹਦੀ ਕਟਾਈ ਹੋਈ ਹੋ ਗਿਆ ਨਾ, ਛਿੱਲਣਾ, ਹਾਰਵੈਸਟਿੰਗ ਹੋਈ ਹੋ ਗਿਆ ਕਿ ਜਦੋਂ ਇਹਦੇ ਛਿੱਲਣ ਵਾਸਤੇ ਨਾ ਤੁਹਾਨੂੰ ਗਰਮੀਆਂ ਦੇ ਦਿਨ ਦੀ ਵੇਟ ਕਰਨੀ ਪਊਗੀ। ਗਰਮੀਆਂ 'ਚ ਹੀ ਕਰਨਾ ਆਪਾਂ ਨੇ ਇਹ ਕੰਮ। ਗਰਮੀਆਂ ਦੇ ਦਿਨ ਕਿਹੜੇ ਹੁੰਦੇ ਨੇ? ਡਰਾਈ। ਥੋੜੇ ਅੱਗੇ ਪੜ ਕੇ ਦੇਖੋ, ਕਹਿੰਦਾ if the bark is stripped on a day when it is too cold। ਕਹਿੰਦੇ ਜੇ ਉਸ ਦਿਨ ਬਾਰਕ ਛਿੱਲ ਲਿਆ ਨਾ ਜਦੋਂ ਠੰਡ ਆ, ਔਰ when the air is damp ਐਂਡ ਜਦੋਂ ਹਵਾ ਚੱਲਦੀ ਆ, the tree will be damaged। ਟਰੀ ਸਾਰਾ ਡੈਮੇਜ ਹੋ ਜਾਊਗਾ। ਮਤਲਬ ਕਿ ਅਸੀਂ ਸਟ੍ਰਿਪਿੰਗ ਉਦੋਂ ਹੀ ਕਰਨੀ ਹੈ, ਇਹਦੀ ਹਾਰਵੈਸਟਿੰਗ ਉਦੋਂ ਹੀ ਕਰਨੀ ਆ ਜਦੋਂ ਗਰਮੀਆਂ ਵਾਲਾ ਦਿਨ ਹੋਊਗਾ, ਸਮਰ ਡੇ ਹੋਊਗਾ। ਜੇ ਕਹਿੰਦੇ ਉਸ ਦਿਨ ਠੰਡ ਹੋਈ ਜਾਂ ਹਵਾ ਚੱਲਦੀ ਹੋਈ,
ਸਾਰਾ ਟਰੀ ਡੈਮੇਜ ਹੋ ਜਾਏਗਾ। ਕਹਿਣ ਦਾ ਮਤਲਬ ਦੇਖੋ ਇਧਰ ਆਪਣੇ ਕੁਐਸਚਨ ਦੀ ਡਿਮਾਂਡ ਇਹ ਸੀਗੀ ਵੀ ਜਿਹੜਾ ਦਰਖਤ ਹੈ ਨਾ ਇਹਨੂੰ ਸਟ੍ਰਿਪਡ ਉਦੋਂ ਕਰਨਾ ਹੈ, ਛਿੱਲਣਾ ਉਦੋਂ ਹੈ ਜਦੋਂ ਜਿਹੜਾ ਮੌਸਮ ਹੈ ਨਾ ਉਹ ਡਰਾਈ ਹੋਵੇ, ਸੁੱਕਾ ਹੋਵੇ। ਤਾਂ ਇਹਨਾਂ ਨੇ ਆਪਾਂ ਨੂੰ ਕੀ ਕਿਹਾ, ਆਪਾਂ ਸਟ੍ਰਿਪਡ ਲੋਕੇਸ਼ਨ ਤੇ ਆ ਗਏ ਸੀਗੇ। ਉਹ ਕਹਿੰਦੇ ਵੀ ਦਰਖਤ ਨੂੰ ਤੁਹਾਨੂੰ ਉਦੋਂ ਛਿੱਲਣਾ ਚਾਹੀਦਾ ਹੈਗਾ, ਉਦੋਂ ਸਟ੍ਰਿਪ ਕਰਨਾ ਚਾਹੀਦਾ ਹੈਗਾ ਜਦੋਂ ਸਮਰ ਕੀ ਹੁੰਦਾ ਹੈਗਾ, ਡਰਾਈ ਮੌਸਮ ਹੁੰਦਾ ਉਸ time। ਮੌਸਮ ਡਰਾਈ ਹੁੰਦਾ ਨਾ, ਸਮਰ ਕੀ ਗਰਮੀਆਂ। ਤੇ ਕਹਿੰਦਾ ਵੀ ਜੇ ਤੁਸੀਂ ਕਿਤੇ ਠੰਡੇ ਦਿਨ ਜਾਂ ਕਹਿੰਦਾ ਤੁਸੀਂ ਕਿਤੇ ਜਿੱਦੇ ਹਵਾ ਬਹੁਤ ਠੰਡੀ ਚੱਲਦੀ ਹੋਗੀ ਤੁਸੀਂ ਉਹਦੇ ਛਿੱਲ ਲਿਆ, ਜਿਹੜਾ ਦਰਖਤ ਹੈਗਾ ਉਹ ਕੀ ਹੋ ਜਾਊਗਾ, ਡੈਮੇਜ ਹੋ ਜਾਊਗਾ। ਤਾਂ ਐਕੂਰੇਟ ਆਨਸਰ ਕੀ ਹੋ ਗਿਆ, ਟਰੂ। ਐਕੂਰੇਟ ਆਨਸਰ ਹੈ ਟਰੂ, ਵੀ ਸਾਨੂੰ ਇਹਨੂੰ ਛਿੱਲਣਾ ਕਦੋਂ ਚਾਹੀਦਾ ਹੈ, ਜਦੋਂ ਮੌਸਮ ਹੈ ਜਿਹੜਾ ਉਹ ਡਰਾਈ ਹੋਵੇ। ਮੈਡਮ ਕੁਐਸਚਨ ਹੈ ਜੀ, ਵੈਰੀ ਗੁੱਡ। ਬਹੁਤ ਸਾਰੇ ਬੱਚੇ ਨੇ ਆਪਣਾ ਆਨਸਰ ਸ਼ੋ ਕੀਤਾ ਸੀ ਤੇ ਸਾਰਿਆਂ ਦਾ ਬਿਲਕੁਲ ਠੀਕ ਸੀਗਾ, ਸਾਨੂੰ ਖੁਸ਼ੀ ਹੁੰਦੀ ਹੈ। ਲਾਸਟ ਕੁਐਸਚਨ ਹੈ ਜੀ, ਬਸ ਇਹ ਦੇਖੋ ਮੈਂ ਤੁਹਾਨੂੰ ਲਾਸਟ ਓਵਰਆਲ ਸਮਝਾਉਂਗਾ ਇਸ ਚੀਜ਼ ਦਾ, ਠੀਕ ਹੈ ਕੋਈ ਨਾ। The only way to remove the bark from the cork oak tree is by hand। ਕਹਿੰਦੇ ਸਿਰਫ ਓਨਲੀ ਇੱਕ ਤਰੀਕਾ ਹੈ ਓਕ ਟਰੀ ਤੋਂ ਮਤਲਬ ਬਾਰਕ ਨੂੰ ਅਲੱਗ ਕਰਨ ਦਾ, ਉਹ ਕੀ ਆ, ਹੈਂਡ ਨਾਲ, ਮਤਲਬ ਸਿਰਫ ਹੱਥਾਂ ਨਾਲ ਹੀ ਅਲੱਗ ਕੀਤਾ ਜਾ ਸਕਦਾ। ਮਤਲਬ ਜੇ ਤੁਸੀਂ ਦਰਖਤ ਨੂੰ ਤੁਸੀਂ ਜੇ ਛਿੱਲਣਾ ਚਾਹੁੰਦੇ ਹੋ, ਜੇ ਤੁਸੀਂ ਓਕ ਟਰੀ ਹੈ ਜਿਹੜਾ ਉਹ ਤੋਂ ਛਿੱਲੜ ਹੈ ਜਿਹੜਾ ਤੁਸੀਂ ਉਹ ਲਾਉਣਾ ਚਾਹੁੰਦੇ ਹੋਗੇ ਨਾ, ਤਾਂ ਬਸ ਕੱਲਾ ਹੱਥਾਂ ਨਾਲ ਇੱਕ ਆਪਸ਼ਨ ਹੈ ਵੀ ਤੁਸੀਂ ਹੱਥਾਂ ਨਾਲ ਉਹਨੂੰ ਛਿੱਲੜ ਨੂੰ ਲਾ ਸਕਦੇ ਹੋ, ਹੋਰ ਕੋਈ ਆਪਸ਼ਨ ਨਹੀਂ ਹੈਗਾ। ਤਾਂ ਆਪਾਂ ਦੇਖਾਂਗੇ ਕਿ ਬਾਰਕ ਨੂੰ ਰਿਮੂਵ ਕਰਨ ਦੀ ਗੱਲ ਕਿੱਥੇ ਹੋ ਰਹੀ ਆ। ਚਲੋ ਜੀ, ਤਾਂ ਡੈਫੀਨਿਟਲੀ ਜਦੋਂ ਆਪਣੇ ਉਰ ਤੱਕ ਪੜ ਲਿਆ ਸੀਗਾ ਤਾਂ ਅੱਗੇ ਹੀ ਹੋਏਗਾ ਆਪਣਾ, ਹਨਾ। ਹਾਂ, ਤਾਂ ਆਪਾਂ ਦੇਖਾਂਗੇ, ਦੇਖੋ ਥਰਡ ਲਾਈਨ 'ਚ ਇੱਕ ਗੱਲ ਲਿਖੀ ਹੋਈ ਆ, ਸਟ੍ਰਿਪਿੰਗ ਔਰਕ ਬਾਰਕ। ਤਾਂ ਰਿਮੂਵਲ ਹੋ ਗਿਆ ਨਾ, ਸਟ੍ਰਿਪਿੰਗ ਕਰਨਾ, ਛਿੱਲਣਾ ਤੇ ਰਿਮੂਵ ਕਰਨਾ ਇੱਕੋ ਗੱਲ ਹੋ ਗਈ। ਸੋ ਇਸ ਲਾਈਨ ਦੇ ਉੱਪਰੋਂ ਸਟਾਰਟਿੰਗ ਤੋਂ ਪੜ ਲੈਣੇ ਆਪਾਂ। ਕਾਰਕ ਹਾਰਵੈਸਟਿੰਗ। ਅੱਛਾ, ਕਾਰਕ ਹਾਰਵੈਸਟਿੰਗ ਇਜ਼ ਅ ਵੈਰੀ ਸਪੈਸ਼ਲਾਈਜ਼ਡ ਪ੍ਰੋਫੈਸ਼ਨ। ਕਹਿੰਦੇ ਜਿਹੜਾ ਕਾਰਕ ਨੂੰ ਹਾਰਵੈਸਟਿੰਗ ਦਾ ਤਰੀਕਾ ਹੈ, ਜਿਹੜਾ ਉਹਨੂੰ ਕੱਟਣ ਦਾ ਤਰੀਕਾ, ਉਹ ਬੜਾ ਸਪੈਸ਼ਲਾਈਜ਼ਡ ਪ੍ਰੋਫੈਸ਼ਨ ਆ। No mechanical means of stripping cork bark has been invented। ਹਾਂਜੀ, ਕੋਈ ਵੀ ਮਕੈਨੀਕਲ ਮਤਲਬ ਕੋਈ ਵੀ ਮਸ਼ੀਨ ਨਹੀਂ ਹੈਗੀ ਜਿਹੜੀ ਕੀ ਆ ਸਟ੍ਰਿਪਿੰਗ ਦਾ ਕੰਮ ਕਰਦੀ ਹੋਊਗੀ। So the job is done by the teams of highly skilled workers। ਐਂਡ ਇਹ ਕੰਮ ਕਿੰਨਾ ਦੁਆਰਾ ਕੀਤਾ ਜਾਂਦਾ ਹੈ, ਹਾਈਲੀ ਸਕਿਲਡ ਵਰਕਰ, ਮਤਲਬ ਪ੍ਰੋਫੈਸ਼ਨਲ ਬੰਦੇ ਹੀ ਨੇ ਜਿਹੜੇ ਤਾਰਦੇ ਨੇ, ਕੋਈ ਮਸ਼ੀਨ ਨਹੀਂ ਹੈਗੀ। ਹਾਂਜੀ, ਦੈਟਸ ਇਟ। ਉਧਰ ਕੁਐਸਚਨ ਨੇ ਕੀ ਕਿਹਾ ਸੀਗਾ ਵੀ ਜਿਹੜਾ ਇਹਦਾ ਕਾਰਕ ਤੋਂ ਬਾਰਕ ਤਾਰਨਾ ਹੈਗਾ ਉਹ ਸਿਰਫ ਹੱਥਾਂ ਨਾਲ ਉਤਰ ਸਕਦਾ ਹੈਗਾ, ਕੱਲੇ ਹੈਂਡ ਤੋਂ ਹੀ ਤਾਰ ਸਕਦੇ ਨੇ। ਤਾਂ ਡੈਫੀਨਿਟਲੀ ਇੱਧਰ ਵੀ ਸਟੇਟਮੈਂਟ ਬਿਲਕੁਲ ਮੈਚ ਹੋਈ ਹੈਗੀ ਵੀ ਜਿਹੜਾ ਕਾਰਕ ਦਾ ਬਾਰਕ ਹੈ ਨਾ ਉਹਨੂੰ ਤਾਰਨ ਦੇ ਲਈ ਅੱਜ ਤੱਕ ਕੋਈ ਮਸ਼ੀਨ ਨਹੀਂ ਬਣੀ। ਜੇ ਹੁਣ ਮਸ਼ੀਨ ਨਹੀਂ ਬਣੀ ਤਾਂ ਡੈਫੀਨਿਟਲੀ ਹੱਥਾਂ ਨਾਲੇ ਉਤਰੇਗਾ ਨਾ। ਤਾਂ 100% ਆਪਣਾ ਆਨਸਰ ਕੀ ਹੋ ਗਿਆ, ਟਰੂ ਆਪਣਾ ਜਿਹੜਾ ਆਨਸਰ ਹੈਗਾ ਆਪਾਂ ਨੇ ਕੀਤਾ। ਹੁਣ ਇੱਕ ਗੱਲ ਦਿਮਾਗ 'ਚ ਰੱਖੋ, ਮੈਂ ਸਾਰੇ ਕੁਐਸਚਨ ਦਾ ਓਵਰਆਲ ਤੁਹਾਨੂੰ ਦਿੰਦਾ। ਆਪਾਂ ਹੁਣ ਤੱਕ ਇਹ ਕੁਐਸਚਨ ਕੀਤੇ ਸੀ, ਗੌਰ ਨਾਲ ਦੇਖੋ। ਆਪਾਂ ਨੂੰ ਫਸਟ ਕੁਐਸਚਨ ਦੇ ਵਿੱਚ ਥਿਕੈਸਟ ਮਿਲਿਆ, ਥਿਕੈਸਟ ਬਾਰਕ ਮਿਲਿਆ, ਪਰ ਲਿਵਿੰਗ ਟਰੀ ਦੀ ਕੋਈ ਟਾਕ ਨਹੀਂ ਕੀਤੀ, ਨਾਟ ਗਿਵਨ ਆ ਗਿਆ ਕਿਉਂਕਿ ਹਾਫ ਮਿਲਿਆ ਸੀ, ਹਾਫ ਨਹੀਂ ਮਿਲਿਆ ਸੀ। ਉਹ ਕਹਿੰਦੇ ਵੀ ਸਾਇੰਟਿਸਟ ਨੇ ਸਿੰਥੈਟਿਕ ਕਾਰਕ ਬਣਾ ਲਿਆ, ਪਰ ਆਪਣੇ ਉੱਧਰ ਦੇਖਿਆ ਸੀਗਾ ਵੀ ਸਿੰਥੈਟਿਕ ਕਾਰਕ ਕਦੇ ਬਣੇ ਹੀ ਨਹੀਂ ਸਕਦਾ ਹੈਗਾ, ਸਾਇੰਸ ਬਣਾ ਹੀ ਨਹੀਂ ਸਕਦੀ, ਇਸ ਕਰਕੇ ਫਾਲਸ ਆ ਗਿਆ। ਉਸ ਤੋਂ ਬਾਅਦ ਜਿਹੜੇ ਇੰਡੀਵਿਜੂਅਲ ਨੇ ਉਹ ਕਹਿੰਦੇ ਵੀ 25 ਸਾਲ ਦੇ ਲਈ ਪਹਿਲੀ ਕਟਾਈ ਤੇ ਦੂਜੀ ਕਟਾਈ ਦੇ ਵਿੱਚ ਫਰਕ ਹੋਣਾ ਚਾਹੀਦਾ ਹੈ। ਉਹ ਕਹਿੰਦੇ 25 ਸਾਲ ਤਾਂ ਇਹਨੂੰ ਸ਼ੁਰੂ 'ਚ ਉੱਗਣ ਨੂੰ ਲੱਗਦੇ ਨੇ, ਪਹਿਲੀ ਕਟਾਈ ਤੇ ਦੂਜੀ ਕਟਾਈ ਦਾ ਸਿਰਫ ਇੱਕ ਡਿਕੇਡ ਦਾ ਫਰਕ ਹੈ। ਡਿਕੇਡ ਹੁੰਦੇ ਨੇ 10 ਸਾਲ, ਮਤਲਬ ਕੀ ਹੋ ਗਿਆ, ਇਹ 25 ਸਾਲਾਂ ਦਾ ਫਰਕ ਨਹੀਂ ਚਾਹੀਦਾ, 10 ਸਾਲਾਂ ਦਾ ਬਹੁਤ ਹੈ। ਫਿਰ ਆਨਸਰ ਕੀ ਆ ਗਿਆ, ਫਾਲਸ। ਉਹ ਕਹਿੰਦੇ ਵੀ ਜਿਹੜਾ ਕਾਰਕ ਦਾ ਬਾਰਕ ਹੈ ਸਟ੍ਰਿਪਡ ਹੈ ਨਾ, ਉਹ ਡਰਾਈ 'ਚ ਮਤਲਬ ਕੱਟਣਾ ਚਾਹੀਦਾ। ਤਾਂ ਉਹਨਾਂ ਨੇ ਕਿਹਾ ਬਿਲਕੁਲ ਵੀ ਸਮਰ 'ਚ ਕਰਨਾ ਚਾਹੀਦਾ, ਜੇ ਕੋਲਡ 'ਚ ਕਰ ਲਿਆ ਤਾਂ ਜਿਹੜਾ ਟਰੀ ਹੈ ਉਹ ਡੈਮੇਜ ਹੋ ਜਾਊਗਾ। ਬਿਲਕੁਲ ਸੱਚੀ ਗੱਲ ਹੈ, ਟਰੂ। ਲਾਸਟ ਇਹ ਹੈ ਵੀ ਜਿਹੜਾ ਬਾਰਕ ਹੈ ਉਹਨੂੰ ਰਿਮੂਵ ਕਰਨਾ ਉਹ ਕੱਲਾ ਹੱਥਾਂ ਨਾਲ ਹੀ ਹੋਏਗਾ। ਉਹ ਕਹਿੰਦੇ ਅੱਜ ਤੱਕ ਕੋਈ ਵੀ ਮਸ਼ੀਨ ਨਹੀਂ ਬਣੀ ਜਿਹੜੀ ਇਹਨੂੰ ਕਰ ਸਕਦੀ ਹੈ, ਇਸ ਕਰਕੇ ਸਕਿਲਡ ਵਰਕਰ ਹੀ ਇਹਨੂੰ ਕਰਦੇ ਆ। ਪਹਿਲਾ ਆਪਣਾ ਨਾਟ ਗਿਵਨ ਹੈ, ਅਗਲੇ ਦੋ ਫਾਲਸ ਨੇ, ਅਗਲੇ ਦੋ ਟਰੂ ਨੇ, ਤੇ 5 ਚੋਂ 5 ਕੁਐਸਚਨ ਨੇ। ਦਿਸ ਇਜ਼ ਦਾ ਵੇ ਦੇ ਕਨਫਿਊਜ਼ ਯੂ, ਠੀਕ ਹੈ ਨਾ। ਤਾਂ ਦੈਟਸ ਇਟ। ਮੈਂ ਇਹ ਚਾਹੁੰਦਾ ਕਿ ਜੇ ਤੁਸੀਂ ਇਹ ਕਰਨਾ ਚਾਹੁੰਦੇ ਹੋ ਨਾ, ਦੇਖੋ ਪੇਪਰ 'ਚ ਮੈਂ ਇਹ ਚੀਜ਼ ਬਿਲੀਵ ਕਰੂੰਗਾ, ਕਦੇ ਵੀ ਇਹ ਨਾ ਸੋਚੋ, ਨੈਵਰ ਐਵਰ ਥਿੰਕ ਕਿ ਸਰ ਆ ਵੀ ਕਰ ਲਾਂ, ਆ ਵੀ ਕਰ ਲਾਂ, ਆ ਵੀ ਕਰ ਲਾਂ। ਕਿਉਂਕਿ ਇੱਕ ਪੰਜਾਬੀ 'ਚ ਸਾਡੇ ਬਹੁਤ ਵਧੀਆ ਕਹਾਵਤ ਹੈ ਕਿ ਬਹੁਤੇ ਘਰਾਂ ਦਾ ਪ੍ਰਾਹੁਣਾ ਉਹ ਭੁੱਖਾ ਮਰ ਜਾਂਦਾ ਹੈਗਾ।
ਇਹ ਸੱਚਾਈ ਹੈ, ਕਿਉਂਕਿ ਮੈਂ ਕਈ ਵਾਰ ਜਦੋਂ ਨਾ ਪੜ੍ਹਾ ਕੀ ਰਿਹਾ ਹੋਊਗਾ, ਬਹੁਤ ਬੱਚੇ ਕੀ ਕਰਨਗੇ ਵੀ ਸਰ ਸਾਨੂੰ ਅੱਜ ਰੀਡਿੰਗ ਚਾਹ ਕਰਵਾ ਦਿਓ, ਸਰ ਸਾਨੂੰ ਰੀਡਿੰਗ ਚਾਹ ਕਰਵਾ ਦਿਓ। ਮੈਂ ਇੱਕ ਆ ਤੇ ਮੈਂ ਇੱਕ ਟਾਈਮ ਤੇ ਇੱਕ ਹੀ ਚੀਜ਼ ਪੜਾਉਂਗਾ ਤੇ ਮੈਂ ਹਰ ਰੋਜ਼ ਨਵੀਂ ਚੀਜ਼ ਪੜਾਉਂਗਾ, ਹਨਾ। ਤਾਂ ਦੈਟਸ ਇਟ। ਅੱਜ ਤੁਸੀਂ ਇਹ ਦੇਖੋ ਕਿ ਟਰੂ ਫਾਲਸ ਕਰਾਏ ਨੇ ਤੇ ਕਿੰਨੀ ਲਿਆਕਤ ਨਾਲ ਕਰਾਏ ਨੇ, ਤੁਹਾਨੂੰ ਆਪ ਨੂੰ ਪਤਾ ਹੋਣਾ ਚਾਹੀਦਾ ਹੈ। ਤੇ ਪੇਪਰ ਦੇ ਵਿੱਚ ਤੁਹਾਡਾ ਡੈਫੀਨਿਟਲੀ ਮਾਈਂਡ ਕਿਉਂ ਨਹੀਂ ਚੱਲੂਗਾ, ਠੀਕ ਹੈ ਨਾ। ਦੈਟਸ ਇਟ, ਥੈਂਕ ਯੂ ਸੋ ਮਚ।